ਸਾਂਝੇ ਤਰਸ ਦੇ ਕਦ ਪਸੀਂ ਦੀਦਾਰ ਹਉ ਕਿਆ ਸਾਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਇਆਲ ਅਗਮ ਹੈ ਆਪ ਲੇਹ ਮਿਲਾਈ ਤੂੰ ਅਗਮ ਦਇਆਲ ਅਗਮ ਹੈ ਆਪ ਲੇਹ ਮਿਲਾਈ। ਸ਼ਬਦ ਅਵਤਾਰ ਬਾਣੀ ਦੇ ਬੋਹਿਤ ਜੁਗੋਹ ਜੁਗ ਅਟਲ परम सम्मान योग परम सत्कार योग चवर छतर तख्त के मालिक साहिबे कबाल साहिबे बरकत साहिबे कमाल मुर्शदे कामल कामले रहबर रोशने चिराग नूरे नज़र ज्ञान दे सागर समूची मनुखता दे सांझा आत्मक भंडार साहिब गुरु ग्रंथ साहिब जी दी पावन हजूरी तो ਮਹਾਨ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਪੀਰਾਂ ਦੇ ਪੀਰ ਬਾਬਿਆਂ ਦੇ ਬਾਬੇ ਜੋਗੀਆਂ ਦੇ ਜੋਗੀ ਨਾਥਾਂ ਦੇ ਨਾਥ ਰਹਿਬਰਾਂ ਦੇ ਰਹਿਬਰ ਗੁਰੂਆਂ ਦੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਤੋਂ गुरु की कथा सुन रही सन्मान योग सात संगत जीओ गुरु की बख्शी फतेह बुलाओ वाहिगुरु जी का खालसा वाहिगुरु जी की फतेह। शहीदी अस्थान है जिथों शहीदी दी दास्तान तुरी। कई बारी तुसी वेखदे हो इश्तिहारां विच ਜਾਂ ਆਮ ਪ੍ਰੋਗਰਾਮ ਬਣਾਏ ਜਾਂਦੇ ਨੇ ਸਫ਼ਰ ਏ ਸ਼ਹਾਦਤ। ਅਸਲ ਵਿੱਚ ਮੈਂ ਸੋਚਦਾ ਕਿ ਸ਼ਹਾਦਤ ਦਾ ਸਫ਼ਰ ਤੇ ਕਿਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਨਾਲ ਲਾਹੌਰ ਤੋਂ ਉਸ ਸਥਾਨ ਤੋਂ ਤੁਰਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰਾਹੀਂ ਇਸ ਪਾਵਨ ਅਸਥਾਨ ਤੱਕ ਪੁੱਜਿਆ। ਇੱਥੋਂ ਫੇਰ ਇਹ ਸ਼ੀਸ਼ ਦੇ ਰੂਪ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਨੰਦਪੁਰ ਸਾਹਿਬ ਤੱਕ ਪੁੱਜਿਆ। ਇਹੀ ਜਿਹੜੀ ਸ਼ਹੀਦੀ ਦੀ ਦਾਸਤਾਨ ਵਿਰਾਸਤ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਆਪਣੀ ਔਲਾਦ ਨੂੰ ਮਿਲੀ। ਇੱਕ ਗੱਲ ਯਾਦ ਰੱਖਣਾ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜਿਹੜੇ ਆਗਿਆਕਾਰੀ ਪੁੱਤਰ ਬੇਟੀਆਂ ਔਲਾਦ ਹੁੰਦੀ ਹੈ ਨਾ, ਉਹ ਆਪਣੇ ਮਾਂ-ਬਾਪ ਦੇ ਮਰ ਗਿਆਂ ਤੋਂ ਬਾਅਦ ਵੀ ਉਹਨਾਂ ਨੂੰ ਭੁਲਾਉਂਦੀ ਨਹੀਂ ਹੈ। ਘੱਟੋ ਘੱਟ ਹਰ ਸਾਲ ਉਹਨਾਂ ਲਈ ਅਰਦਾਸ ਜ਼ਰੂਰ ਕਰਾਈ ਜਾਂਦੀ ਹੈ ਤੇ ਜਦੋਂ ਉਹਨਾਂ ਲਈ ਅਰਦਾਸ ਕਰਵਾਈ ਜਾਂਦੀ ਹੈ ਉਹ ਯਾਦਾਂ ਦੋਨੇ ਤਾਜ਼ਾ ਹੋ ਜਾਂਦੀਆਂ ਨੇ। ਉਹ ਬੱਚੇ ਜੇ ਵਾਕਈ ਆਗਿਆਕਾਰੀ ਨੇ ਤੇ ਮਾਂ-ਬਾਪ ਦੇ ਉਹਨਾਂ ਚੰਗੇ ਗੁਣਾਂ ਨੂੰ ਯਾਦ ਕਰਕੇ ਪਿਆਰ ਨਿੱਘ 'ਚ ਭਰ ਜਾਂਦੇ ਹਨ ਤੇ ਉਹ ਦਿਨ ਪੁਰਾਣੇ ਨਹੀਂ ਲੱਗਦੇ। ਉਹ ਮਾਂ-ਬਾਪ ਦੀਆਂ ਗੱਲਾਂ ਉਹ ਯਾਦ ਕਰਕੇ ਬੰਦਾ ਅੱਕਦਾ ਨਹੀਂ ਆ। ਤੇ ਜਿੱਥੇ ਮਾਂ-ਬਾਪ ਹੋਣ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗੇ, ਮਾਤਾ ਗੁਜਰੀ ਜੀ ਵਰਗੇ, ਤੇ ਫਿਰ ਹਰ ਸਾਲ ਹੀ ਇਹ ਮਹੀਨਾ ਆਉਣਾ ਹੈ, ਹਰ ਸਾਲ ਹੀ ਸ਼ਹੀਦੀ ਦੀ ਦਾਸਤਾਨ। ਇਹ ਸ਼ਹੀਦੀ ਦੀ ਦਾਸਤਾਨ ਜੇ ਕੋਈ ਸੁਣਨਾ ਚਾਹਵੇ ਨਾ ਮਨ ਕਰਕੇ ਤੇ ਨਿਤ ਨਵੀਂ ਲੱਗਦੀ ਹੈ।
ਇਉਂ ਲੱਗਦਾ ਸਭ ਕੁਝ ਅੱਖਾਂ ਦੇ ਸਾਹਮਣੇ ਵਾਪਰ ਰਿਹਾ ਹੈ। ਪੋਹ ਦਾ ਮਹੀਨਾ ਹੈ, ਅੱਤ ਦੀ ਠੰਡ ਦਾ ਮਹੀਨਾ ਹੈ ਤੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ, ਆਰੰਭਤਾ ਹੋ ਰਹੀ ਹੈ, ਉਹ ਦਿਨ ਵੀ ਆ ਗਏ ਨੇ। ਹਾਲਾਂਕਿ ਇਹਨਾਂ ਦਿਨਾਂ 'ਚ ਸ਼ਹੀਦੀਆਂ ਬਹੁਤ ਹੋਈਆਂ ਨੇ ਅਨੰਦਪੁਰ ਸਾਹਿਬ, ਤੇ ਉਹਨਾਂ ਸ਼ਹੀਦੀਆਂ ਤੋਂ ਬਾਅਦ ਹੀ ਅਨੰਦਪੁਰ ਸਾਹਿਬ ਛੱਡਿਆ ਹੈ। ਇਹ 19-20 ਤਰੀਕ ਆ ਰਹੀ ਹੈ। ਕਿਸ ਤਰ੍ਹਾਂ ਪਰਿਵਾਰ ਵਿਛੋੜਾ ਹੋਇਆ, ਕੀ ਕੁਝ ਵਾਪਰਿਆ, ਇਹ ਤੁਹਾਨੂੰ ਸਭ ਨੂੰ ਪਤਾ ਹੈ। ਅਕਸਰ ਦਾਸ ਯਾਦ ਕਰਾਉਂਦਾ ਤੁਹਾਨੂੰ ਕਿ ਫਿਲਮ ਦੀਆਂ ਝੂਠੀਆਂ ਕਹਾਣੀਆਂ ਵੇਖ ਕੇ, ਟੈਲੀਵਿਜ਼ਨ ਦੇ ਝੂਠੇ ਨਾਟਕ ਵੇਖ ਕੇ ਤੇ ਅਜੋਕੇ ਸਮੇਂ ਦੇ ਲੋਕਾਂ 'ਚ ਅੱਖਾਂ 'ਚ ਅਥਰੂ ਆ ਜਾਂਦੇ ਹਨ। ਪਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ ਸੁਣ ਕੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਦੀ ਉਹ ਸ਼ਹੀਦੀ ਦੀ ਦਾਸਤਾਨ ਕਿਤੇ ਵੀ ਆਰਾਮ ਨਾਲ ਨਹੀਂ ਬੈਠੇ ਨੇ। ਜਿੱਥੇ ਅੱਲਾ ਯਾਰ ਖਾਂ ਜੋਗੀ ਨੇ ਲਿਖਿਆ, अदा ने कभी तुझको संभलने ना दिया था, आराम से पहलू को बदलने ना दिया था, जिस रण में लड़ा सरो सामान लड़ा तू, 100 सिंह लिए लाखों पे जाके पड़ा तू, 100 सिंह लिए लाखों पे जाके पड़ा तू। कहते जिस रण में लड़ा बेसरो सामान लड़ा तू। कोई साधन नहीं हुंदे सन ज्यादा। ਤੇ ਇੱਕ ਪਾਸੇ ਔਰੰਗਜ਼ੇਬ ਬਾਦਸ਼ਾਹ ਹੈ, ਉਹਦੇ ਕੋਲ ਸ਼ਸਤਰਾਂ ਦੇ ਅੰਬਾਰ, ਉਹਦੇ ਕੋਲ ਲੱਖਾਂ ਦੀ ਤਾਦਾਦ ਵਿੱਚ ਫੌਜ ਹੋਵੇ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਕੋਲ ਕਿਤੇ 400 ਸਿੰਘ, ਕਿਤੇ 200 ਸਿੰਘ, ਕਿਤੇ 40 ਸਿੰਘ, ਪਰ ਕਦੀ ਆਰਾਮ ਨਾਲ ਨਹੀਂ ਬੈਠੇ। ਕੀ ਬੈਠ ਨਹੀਂ ਸਕਦੇ ਸੀ? ਅਜੋਕੇ ਸਮੇਂ ਦੇ ਦੇਹਧਾਰੀ ਗੁਰੂਆਂ ਵਾਂਗ ਉਹ ਵੀ ਕਿਤੇ ਬੈਠ ਕੇ ਪੂਜਾ ਕਰਵਾਉਂਦੇ ਰਹਿੰਦੇ, ਪਰ ਜ਼ੁਲਮ ਤੇ ਜ਼ਾਲਮ ਨੂੰ ਨਾ ਰੋਕਦੇ ਤੇ ਅੱਜ ਇਸ ਦੇਸ਼ ਦੇ ਹਾਲਾਤ ਕੁਝ ਹੋਰ ਹੋਣੇ ਸਨ। ਜੋ ਦਾਸ ਬੇਨਤੀ ਕਰਦਾ, ਕਦੀ ਕਦੀ ਸੋਚਿਆ ਕਰੋ ਹੋਣਾ ਸੀ ਕਿ ਨਹੀਂ ਹੋਣਾ ਸੀ। ਜੇ ਗੁਰੂ ਤੇਗ ਬਹਾਦਰ ਸਾਹਿਬ ਬਲੀਦਾਨ ਨਾ ਦਿੰਦੇ ਤੇ ਅੱਜ ਇਹ ਦੇਸ਼, ਇਹਦੀ ਪਛਾਣ ਬਚਣੀ ਸੀ। ਇਹਨੂੰ ਕੋਈ ਭਾਰਤ ਵਰਸ਼ ਜਾਂ ਹਿੰਦੁਸਤਾਨ ਕਹਿ ਸਕਦਾ ਸੀ? ਇਹ ਹੁੰਦਾ ਨਹੀਂ ਅਫਗਾਨਿਸਤਾਨ ਵਰਗਾ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ ਵਰਗਾ। ਔਰੰਗਜ਼ੇਬ ਤੇ ਇਹੀ ਚਾਹੁੰਦਾ ਸੀ ਨਾ। ਹੁਣ ਵੀ ਤੁਸੀਂ ਪਾਕਿਸਤਾਨ ਯਾਤਰਾ ਤੇ ਜਾਂਦੇ ਹੋ ਤੇ ਉੱਥੇ ਪੜ੍ਹੋਗੇ, ਬੱਸਾਂ ਦੇ ਉੱਤੇ ਲਿਖਿਆ ਹੁੰਦਾ ਮਿਨਹਾਸ ਬੱਸ ਸਰਵਿਸ, ਸ਼ਰਮਾ ਬੱਸ ਸਰਵਿਸ। ਤੇ ਹੈਰਾਨ ਹੋਇਆ ਦਾਸ, ਤੇ ਪੁੱਛ ਲਿਆ ਉਹਨਾਂ ਤੋਂ ਵੀ ਇਹ ਕੀ ਸ਼ਰਮਾ ਬ੍ਰਾਹਮਣ, ਇਹ ਉਹਨਾਂ ਦੀ ਬੱਸ ਸਰਵਿਸ ਹੈ ਜਾਂ ਮਿਨਹਾਸ ਪੰਜਾਬੀ ਜਾਂ ਬਖਸ਼ੀ ਟਰਾਂਸਪੋਰਟ? ਕਹਿੰਦੇ ਨਹੀਂ ਨਹੀਂ ਜੀ, ਇਹ ਸਾਰੇ ਮੁਸਲਮਾਨ ਨੇ। ਇਹ ਬਾਜਵਾ ਜਿਹੜਾ ਹੁਣ ਉੱਥੇ ਦਾ ਫੌਜ ਦਾ ਜਨਰਲ, ਕਿ ਬਾਜਵਾ ਪੰਜਾਬੀ ਨਹੀਂ? ਕਿੱਥੇ ਮੁਸਲਮਾਨ ਹੁੰਦੇ ਸਨ ਬਾਜਵਾ? ਅਸਲ ਵਿੱਚ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਜਿਨ੍ਹਾਂ ਉੱਤੇ ਵਰਤ ਗਈ, ਉਹ ਬਚ ਗਏ। ਜਿਹੜੇ ਪਹਿਲਾਂ ਬਣਾ ਦਿੱਤੇ ਗਏ ਉਹ ਮੁਸਲਮਾਨ ਬਣ ਗਏ। ਤੇ ਕਿੱਥੇ ਛੱਡਣਾ ਸੀ ਔਰੰਗਜ਼ੇਬ ਨੇ? ਤੇ ਇਹ ਕੋਈ ਹੁਣ ਤੋਂ ਦਾਸਤਾਨ ਆਰੰਭ ਹੋਈ ਸੀ? ਇਹ ਤੇ ਜਹਾਂਗੀਰ ਦੇ ਵੇਲੇ ਤੋਂ ਮੁਹਿੰਮ ਸੀ। ਜਹਾਂਗੀਰ ਨੇ ਕਿਹਾ ਸੀ, ਆਪਣੀ ਕਿਤਾਬ ਵਿੱਚ ਲਿਖਿਆ ਕਿ ਮੈਂ ਹੈਰਾਨ ਹੁੰਦਾ ਵਾਂ, ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸੱਚਾ ਪਾਤਸ਼ਾਹ ਕਹਿ ਕੇ ਬੁਲਾਇਆ ਜਾਂਦਾ ਹੈ। ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰੇ ਉਹਨਾਂ ਨੂੰ ਮੱਥਾ ਟੇਕਣ ਜਾਂਦੇ ਨੇ। ਤੇ ਮੈਂ ਚਾਹੁੰਦਾ ਹਾਂ ਕਿ ਕਿਸੇ ਤਰ੍ਹਾਂ ਵੀ ਆਪਣਾ ਧਰਮ ਛੱਡ ਕੇ ਸਾਡੀ ਈਨ ਮੰਨ ਲੈਣ, ਸਾਡੇ ਧਰਮ ਵਿੱਚ ਆ ਜਾਣ, ਤੇ ਇਹਨਾਂ ਨੂੰ ਮੰਨਣ ਵਾਲੇ ਸਹਿਜੇ ਸਾਰੇ ਮੁਸਲਮਾਨ ਹੋ ਜਾਣਗੇ। ਤੇ ਉਹੀ ਤੇ ਬਹਾਨਾ ਲੈ ਕੇ ਫਿਰ ਸਾਰਾ ਤਾਣਾ ਬਾਣਾ ਬੁਣਿਆ ਸੀ ਸ਼ਹੀਦੀ ਦਾ, ਜੋ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸ਼ਹੀਦੀ ਦੇਣੀ ਪਈ। ਜਿੱਥੋਂ ਗੱਲ ਆਰੰਭ ਕਰਨਾ ਚਾਹ ਰਿਹਾ ਕਿ ਸ਼ਹੀਦੀ ਦੀ ਦਾਸਤਾਨ ਕਿੱਥੋਂ ਆਰੰਭ ਹੋਈ, ਤੇ ਖਾਸ ਕਰਕੇ ਯਤਨ ਕਰਿਆ ਕਰੋ
ਕਿ ਇਹਨਾਂ ਦਿਨਾਂ ਦੇ ਵਿੱਚ ਘਰ ਦੇ ਵਿੱਚ ਕੋਈ ਖੁਸ਼ੀਆਂ ਦਾ ਦਿਨ ਨਾ ਮਨਾਇਆ ਕਰੋ। ਬੜੇ ਦਿਨ ਪਏ ਨੇ, ਖੁਸ਼ੀਆਂ ਦਾ ਦਿਨ ਨਾ ਮਨਾਇਆ ਕਰੋ, ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਨਾ ਰੱਖਿਆ ਕਰੋ, ਕਿਉਂ ਕਿਤੇ ਨਾ ਕਿਤੇ ਅਸੀਂ ਇਹ ਗੱਲ ਚੇਤੇ ਰੱਖੀਏ, ਵਿਆਹ ਸ਼ਾਦੀਆਂ ਹੁੰਦੀਆਂ ਨੇ, ਵਾਹਿਗੁਰੂ ਨਾ ਕਰੇ ਕਿਸੇ ਘਰ ਦੇ ਵਿੱਚ ਕੋਈ ਮੌਤ ਹੋ ਜਾਂਦੀ ਹੈ ਨਾ, ਤੇ ਫਿਰ ਸਿਆਣੇ ਪੁਰਖ ਕੀ ਕਰਦੇ ਨੇ ਕਿ ਵਿਆਹ ਟਾਲ ਦਿੰਦੇ ਨੇ। ਵੀ ਘਰ ਦੇ ਵਿੱਚ ਪਿਤਾ ਚਲਾਣਾ ਕਰ ਗਿਆ ਹੋਵੇ, ਦਾਦਾ ਜਾਂ ਕੋਈ ਜਵਾਨ ਪੁੱਤਰ ਘਰ ਦਾ ਜਾਂ ਕੋਈ ਹੋਰ ਜੀ, ਤੇ ਅਸੀਂ ਨੱਚਦੇ ਟੱਪਦੇ ਚੰਗੇ ਲੱਗਾਂਗੇ? ਅਸੀਂ ਖੁਸ਼ੀਆਂ ਮਨਾਉਂਦੇ ਚੰਗੇ ਲੱਗਾਂਗੇ? ਤੇ ਜਿੱਥੇ ਇਹ ਸ਼ਹੀਦੀਆਂ ਦੇ ਦਿਨ, ਤੇ ਦਾਸ ਅਕਸਰ ਇੱਕ ਗੱਲ ਕਹਿੰਦਾ ਹੁੰਦਾ ਤਾਂ ਕਿ ਪ੍ਰੇਰਣਾ ਬਣ ਜਾਵੇ, ਕਾਬਲ ਦੀ ਸੰਗਤ ਜੋ ਹੈ, ਸਿੱਖ ਸੰਗਤ, ਉਹਨਾਂ 'ਚ ਬੜਾ ਜਜ਼ਬਾ ਸੀ। ਉਹਨਾਂ ਨੇ ਸਾਂਝੇ ਤੌਰ ਤੇ ਫੈਸਲਾ ਕੀਤਾ ਹੋਇਆ ਸੀ ਕਿ ਇਹ ਜਿਹੜਾ ਮਹੀਨਾ ਹੈ ਨਾ, ਇਹ ਸ਼ਹੀਦੀ ਦਿਹਾੜਿਆਂ ਦਾ ਮਹੀਨਾ, ਇਹਦੇ 'ਚ ਉਹ ਕੋਈ ਖੁਸ਼ੀ ਦਾ ਪ੍ਰੋਗਰਾਮ ਨਹੀਂ ਉਲੀਕਦੇ ਸਨ, ਕੋਈ ਵਿਆਹ ਸ਼ਾਦੀ ਨਹੀਂ ਰੱਖਣੀ ਉਹਨਾਂ ਨੇ। ਬਹੁਤੇ ਲੋਕ ਭੁੰਜੇ ਸੌਂਦੇ ਨੇ, ਥੱਲੇ ਸੌਂ ਕੇ, ਇਸ ਅੱਤ ਦੇ ਠੰਡ ਦੇ ਮਹੀਨੇ 'ਚ ਉਹਨਾਂ ਨੇ ਥੱਲੇ ਸੌਣਾ। ਕਿਉਂ ਸੌਣਾ? ਕਿਉਂਕਿ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਇਸੇ ਮਹੀਨੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਭੁੰਜੇ ਸੁੱਤੇ ਸਨ। ਮਾਤਾ ਗੁਜਰ ਕੌਰ ਜੀ, ਦੋ ਛੋਟੇ ਸਾਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ, ਤੇ ਠੰਡੇ ਫਰਸ਼ ਉੱਤੇ ਉਹਨਾਂ ਦਾ ਸੌਣਾ ਹੋਇਆ ਸੀ। ਤੇ ਉਹ ਮਹਿਸੂਸ ਕਰਨਾ ਹੈ ਕਿ ਹੁੰਦਾ ਕੀ ਹੈ, ਜਦ ਤੱਕ ਆਪਣੇ ਉੱਤੇ ਨਾ ਹੰਡਾਓ ਨਾ ਪਤਾ ਨਹੀਂ ਲੱਗਦਾ ਹੈ। ਸੋ ਖੈਰ ਦਾਸ ਅਰਜ਼ ਕਰ ਰਿਹਾ ਸੀ, ਮੈਨੂੰ ਇਕਾਗਰਤਾ ਤੁਹਾਡੀ ਬਹੁਤ ਮਿਲ ਰਹੀ ਹੈ। ਜਿਸ ਤਰ੍ਹਾਂ ਹਾਲ ਭਰਿਆ ਹੈ, ਜੋ ਮੱਥਾ ਟੇਕਣ ਪੁੱਜ ਗਏ ਹੋ, ਜੇ ਕਿਰਪਾ ਹੋ ਗਈ ਹੈ ਤੇ ਕੁਝ ਸਮਾਂ ਟਿਕ ਕੇ ਬੈਠ ਵੀ ਜਾਓ, ਜਿੱਥੇ ਵੀ ਜਗ੍ਹਾ ਮਿਲੇ ਨਾ ਬੈਠੋ। ਅੱਜ ਕੁਝ ਸੁਣ ਕੇ ਜਾਓ, ਸ਼ਾਇਦ ਸਾਡੇ ਅੰਦਰ ਗੁਰੂ ਪ੍ਰਤੀ ਪਿਆਰ ਜਾਗੇ। ਤੇ ਪਿਆਰ ਛੋਟੀ ਮੋਟੀ ਗੱਲ ਨਹੀਂ ਹੈ। ਜਿੱਥੇ ਪਿਆਰ ਹੁੰਦਾ ਉੱਥੇ ਸਤਿਕਾਰ ਹੁੰਦਾ ਹੈ, ਤੇ ਜਿੱਥੇ ਸਤਿਕਾਰ ਹੈ ਉੱਥੇ ਹੀ ਪਿਆਰ ਹੈ। ਇਹਨਾਂ ਵਿੱਚੋਂ ਇੱਕ ਗੱਲ ਵੀ ਕੱਲੀ ਨਹੀਂ ਰਹਿ ਸਕਦੀ। ਜਿੱਥੇ ਸਤਿਕਾਰ ਨਹੀਂ ਨਾ, ਉੱਥੇ ਪਿਆਰ ਵੀ ਨਹੀਂ, ਮਾਂ-ਬਾਪ ਨਾਲ ਵੀ ਨਹੀਂ, ਪਤਨੀ ਨਾਲ ਵੀ ਨਹੀਂ, ਪਤੀ ਨਾਲ ਵੀ ਨਹੀਂ। ਹਾਂ, ਜਿੱਥੇ ਸਤਿਕਾਰ ਹੈ ਉੱਥੇ ਪਿਆਰ ਵੀ ਹੈ, ਤੇ ਜਿੱਥੇ ਪਿਆਰ ਹੈ ਉੱਥੇ ਸਤਿਕਾਰ ਆਪੇ ਹੀ ਪੈਦਾ ਹੋ ਜਾਂਦਾ ਹੈ। ਤੇ ਜੇ ਗੁਰੂ ਪ੍ਰਤੀ ਸਾਡੇ ਅੰਦਰ ਪਿਆਰ ਪੈਦਾ ਹੋਇਆ ਨਾ, ਤੇ ਵਾਹਿਗੁਰੂ ਪ੍ਰਤੀ ਆਪੇ ਹੀ ਪਿਆਰ ਸਤਿਕਾਰ ਜਾਗ ਜਾਵੇਗਾ। ਤੇ ਜੇ ਉਹ ਪ੍ਰੇਮ ਜਾਗ ਗਿਆ, ਤੇ ਸਰਬੰਸ ਦਾਨੀ ਮਹਾਨ ਸ਼ਹੀਦ ਪੁੱਤਰਾਂ, ਸ਼ਹੀਦ ਪਿਤਾ, ਜਿਨ੍ਹਾਂ ਦੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਕਹਿ ਦਿੰਦੇ ਨੇ, ਸਾਚ ਕਹੂੰ ਸੁਨ ਲੇ ਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਸ ਨੇ ਪ੍ਰੇਮ ਕੀਤਾ ਉਹਨੇ ਤੇ ਪ੍ਰਾਪਤ ਕੀਤਾ ਵਾਹਿਗੁਰੂ ਨੂੰ। ਤੇ ਦਾਸ ਅਰਜ਼ ਕਰ ਰਿਹਾ ਸੀ, ਸ਼ਹੀਦੀ ਦੀ ਦਾਸਤਾਨ ਕਿੱਥੋਂ ਆਰੰਭ ਹੋਈ ਹੈ? ਜਦ ਨਾ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤਤੀਆਂ ਤਵੀਆਂ ਉੱਤੇ ਬਿਠਾਇਆ ਗਿਆ, ਗਰਮ ਰੇਤ ਦੇ ਕੜਛੇ ਪਾਏ ਗਏ, ਉਬਲਦੇ ਪਾਣੀ 'ਚ ਉਬਾਲਿਆ ਗਿਆ, ਤੇ ਅਖੀਰ ਇਹ 5 ਦਿਨ ਤਸੀਹੇ ਦੇਣ ਤੋਂ ਬਾਅਦ ਅਖੀਰਲੇ ਦਿਨ ਕਿਹਾ ਕਿ ਰਾਵੀ ਦਰਿਆ ਦੇ ਵਿੱਚ ਇਸ਼ਨਾਨ ਕਰਾਉਣਾ ਹੈ। ਜਦ ਇਸ਼ਨਾਨ ਕਰਨ ਲਈ ਲਿਜਾਇਆ ਜਾ ਰਿਹਾ ਸੀ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਰੀਰ ਸੜਿਆ ਹੋਇਆ, ਭੁੱਜਿਆ ਹੋਇਆ, ਮਾਸ ਲਮਕ ਰਿਹਾ ਏ, ਕਿਉਂਕਿ 5 ਦਿਨ ਲਗਾਤਾਰ ਤਸੀਹੇ ਦਿੱਤੇ ਗਏ ਸੀ। ਤੇ ਲੋਕਾਂ ਦੀਆਂ ਭੁੱਬਾਂ ਨਿਕਲ ਗਈਆਂ, ਵੇਖ ਕੇ ਤਹਾਂ ਨਿਕਲ ਗਈਆਂ। ਵਿੱਚੋਂ ਕਿਸੇ ਨੇ ਕਹਿ ਦਿੱਤਾ ਕਿ ਜ਼ਾਲਮਾਂ ਨੇ ਸੱਚ ਦੀ ਆਵਾਜ਼ ਨੂੰ ਦਬਾ ਦਿੱਤਾ ਹੈ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਦ ਸੁਣਿਆ, ਤੇ ਉਦੋਂ ਵੀ ਸਾਹਿਬ ਨੇ ਮੁਸਕਰਾਉਂਦਿਆਂ ਕਿਹਾ ਕਿ ਇਹਨਾਂ ਦੀ ਜੁਰਤ ਨਹੀਂ ਕਿ ਸੱਚ ਦੀ ਆਵਾਜ਼ ਨੂੰ ਦਬਾ ਸਕਣ। ਪਰ ਸਾਹਿਬ ਕਹਿੰਦੇ, ਤੁਸੀਂ ਇਹ ਕਹਿ ਰਹੇ ਹੋ, ਤੇ ਯਾਦ ਰੱਖੋ ਮੇਰੀ ਸਦਾ ਕੋ ਦਬਾਨਾ तो मुमकिन है, मगर बदलते वक्त की रफ्तार को कौन रोकेगा। फासलो आदशाह आहन बहुत बुलंद सही,
मगर हयात की ललकार को कौन रोकेगा। कहंदे जो मैं शहीदी दे के एक हयाती जिंदगी दी ललकार दे चुकिया, उन्होंने कौन रोक सकेगा। जिहदे कोल ललकार नहीं ना, जिहदे कोल इनकलाब नहीं, क्रांति नहीं, वो कौमां मर जांदियां ने, वो देश गुलाम हो जाते ने, उत्थे दी प्रजा गुलाम होके जींदी है, क्योंकि उन्हां दे जमीर मर चुके हुंदे ने, उन्हां दी अणख गैरत मर चुकी हुंदी है। ते गुरु अर्जन देव साहब जी ने कहा, मैं तो एक ललकार दे चलिया हाँ। हयात की ललकार को कौन रोकेगा। शहीद की जो मौत है वो कौम की हयात है। हयात तो हयात, वो मौत भी हयात है, वो तो मौत भी जिंदगी बन जाती है। हयात की ललकार को कौन रोकेगा। मेरे ख्यालों की परवाज को रोकने वालों, मेरे हर गोबिंद की तलवार को कौन रोकेगा। मेरे हर गोबिंद की तलवार को कौन रोकेगा। फिर कोई रोक भी नहीं सी सकिया। वो चली सी ना तलवार, मीरी पीरी दी दो कृपाणा पहन के 4 जंगा लड़ियां शाहजहान बादशाह नाल, ते 4 जंगा जित के जुल्म ते जालम दा मुंह मोड़ के रख दिता सी। ते जद रावी दरिया वल लजाया जा रहा है, सतगुरु जी दे शरीर नूं वेख के विचों कुछ लोकां ने चीखदियां कह दिता कि अज सिੱਖੀ दे बूटे नूं साड़ दिता गया है। अज तो बाद कोई सिख बनन लई तैयार नहीं होवेगा, क्योंकि जालमां ने इतना जुल्म कीता है। गुरु अर्जन देव साहब जी ने जद सुनिया तो कह दिता, तुहाडा भुलेखा है, अज सिੱਖੀ दा बूटा सड़िया नहीं है, सगों इनू तां वो पानी मिलिया है। ये मेरा खून नहीं, ये पानी बन के, अमृत बन के ते इस बूटे नूं इउं संवारेगा कि कुछ ही दिनां च तुसीं देखोगे, कुछ ही दिनां च फुੱਲ इस दे खिलर जाणगे इंज संसार अंदर। कोई चांदनी चौक नूं भाग लासी, चढ़ के देश दे दर्द प्यार अंदर। गुरु तेग बहादुर साहब जी वल्लों इशारा। कोई चांदनी चौक नूं भाग लासी, चढ़ के देश दे दर्द प्यार अंदर। महक उठूगी चमकौर दी जूह सारी, टुटे जदों दो रुत बहार अंदर। रुत बहार भरी जवानी। वड्डे साहबजादे बाबा अजीत सिंह जुझार सिंह कहंदे चमकौर दी सारी जूह नूं महका देणगे, इस तरीके नाल शहीदी देणगे। ते अगे कहा, अध खिड़े ही टहणियां तो तोड़ के, चिण देवेगा कोई दीवार अंदर। अध खिड़े फुੱਲ टहणियां तो तोड़ के, अध खिड़े फुੱਲ छोटे साहिबजादे, निक्कियां जिंदा वड्डे साके। अध खिड़े ही टहणियां तो तोड़ के, चिण देवेगा कोई दीवार अंदर। बनी रहेगी सदा रुत बहार इसते, लागे खजाने इसदे टुकना नहीं। लगी औड़ तिसने सुकना नहीं, क्योंकि खून शहीदां दा मुकना नहीं। क्योंकि खून शहीदां दा मुकना नहीं। ਉਹ ਦਾਸਤਾਨ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਵਿਰਾਸਤ ਚ ਦੇ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਤੇ ਇਹ ਹੀ ਅਸਥਾਨ ਸ਼ਹੀਦੀ ਅਸਥਾਨ ਆਪ ਨੂੰ ਪਤਾ ਹੋਵੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਕਾਜੀ ਕੋਤਵਾਲ ਜੱਲਾਦ ਖੜੇ ਨੇ, ਤੇ ਸਤਿਗੁਰੂ ਜੀ ਨੂੰ ਕਾਜੀ ਕਹਿੰਦਾ ਹੈ ਕਿ ਵੇਖੋ ਮਤੀਦਾਸ ਨੂੰ ਕਿਸ ਤਰ੍ਹਾਂ ਆਰੇ ਨਾਲ ਚੀਰ ਦਿੱਤਾ ਗਿਆ ਹੈ। ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ 'ਚ ਆਲੂ ਗੋਭੀ ਵਾਂਗ ਉਬਾਲ ਦਿੱਤਾ ਗਿਆ ਹੈ। ਭਾਈ ਸਤੀਦਾਸ ਨੂੰ ਰੂਹ ਵਿੱਚ ਵਲੇਟ ਕੇ ਸਾੜ ਦਿੱਤਾ ਗਿਆ ਹੈ। ਛੱਡਾਂਗੇ ਅਸੀਂ ਤੁਹਾਨੂੰ ਵੀ ਨਹੀਂ ਜੇ ਤੁਸੀਂ ਧਰਮ ਨਾ ਛੱਡਿਆ। ਮੈਂ ਖਾਨਦਾਨੀ ਕਾਜ਼ੀ ਹਾਂ, ਮੇਰੇ ਬਾਪ ਦਾਦੇ ਇਹੋ ਜਿਹੇ ਫਤਵੇ ਦਿੰਦੇ ਆਏ ਨੇ। ਕੋਤਵਾਲ ਕਹਿਣ ਲੱਗਾ ਕਿ ਮੈਂ ਵੀ ਖਾਨਦਾਨੀ ਕੋਤਵਾਲ ਹਾਂ, ਮੇਰੇ ਬਾਪ ਦਾਦੇ ਵੀ ਇਹੀ ਕੁਝ ਕਰਦੇ ਆਏ ਨੇ, ਤੇ ਜੱਲਾਦ ਤੋਂ ਵੀ ਨਾ ਰਿਹਾ ਗਿਆ। ਜੱਲਾਦ ਨੇ ਵੀ ਕਹਿ ਦਿੱਤਾ ਕਿ ਮੈਂ ਵੀ ਖਾਨਦਾਨੀ ਜੱਲਾਦ ਹਾਂ, ਮੇਰੇ ਬਾਪ ਦਾਦੇ ਵੀ ਇਹੀ ਕੁਝ ਕਰਦੇ ਆਏ ਨੇ।
ਜਦ ਇਹ ਕਿਹਾ ਨਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁਸਕਰਾਉਂਦਿਆਂ ਹੋਇਆਂ ਬੜੀ ਵਜਦ ਚ ਆ ਕੇ ਕਿਹਾ ਕਿ ਭਾਈ ਸੱਜਣੋ, ਕਮਾਲ ਦਾ ਸਬਬ ਬਣਾਇਆ ਮਾਲਕ ਵਾਹਿਗੁਰੂ ਜੀ ਨੇ। ਤੂੰ ਖਾਨਦਾਨੀ ਕਾਜ਼ੀ ਹੈ, ਤੂੰ ਖਾਨਦਾਨੀ ਕੋਤਵਾਲ ਹੈ, ਤੂੰ ਖਾਨਦਾਨੀ ਜਲਾਦ ਹੈ, ਪਰ ਇੱਕ ਗੱਲ ਯਾਦ ਰੱਖਣਾ, ਮੈਂ ਵੀ ਖਾਨਦਾਨੀ ਸ਼ਹੀਦ ਹਾਂ। मैं भी खानदानी शहीद हाँ, मेरे अजदाद से मिला है मुझे विरसा शहादत का, मेरी औलाद को जागीर है जामे शहादत की, मेरी औलाद को जागीर है जामे शहादत की। मेरे दादा गुरु तो मैनू ये विरासत च मिले आए, ये मैं अगे अपनी औलाद नू दे चलिया। ते गल याद रखना, तुहाडे खानदान च काजी कोतवाल जलाद पैदा होने बंद हो जाणगे, पर मेरे खानदान च शहीद पैदा होने बंद नहीं होणगे। मेरे खानदान च शहीद पैदा होने बंद नहीं होणगे। जो कहा वो सत होया, क्योंकि उस काजी, उस कोतवाल ते उस जलाद दा ते बाबा बंदा सिंह बहादुर ने खुराक खोज मिटा दिता सी। ऐसी सजावां दित्तियां कि पीढ़ी दर पीढ़ी उन्हां दे घर विच कोई सुपना भी नहीं लै सकदा कि कोई काजी बने या कोई जलाद कोतवाल बने। इहो जी सजावां दित्तियां, पर गुरु तेग बहादुर साहब जी दे खानदान च अज तक शहीदी देण वाले मुके नहीं हन। गल रिपीट होंदी ते पकड़ विच आ जांदी है। जो दास अक्सर बेनती कर दिंदा हुंदा कि सीस गंज दा अर्थ की है। गंज, कारू बादशाह ने 40 गंज दौलत इकट्ठी कीती सी, ते गंज दा मतलब खजाना, ते सीस गंज सीस दा खजाना। गुरु तेग बहादुर साहब जी कहंदे, मैं सीस दे के सीस दा खजाना भर चलिया। ते गल याद रखना, जद भी देश कौम नूं कोई औंकड़ आवेगी, मरजीवड़े सिरां उत्ते खफन बन के सीस तली ते धर के तैयार बर तैयार रहणगे सीस देण लई, पर सीस दा एक खजाना मुकेगा नहीं। इस देश लई कदी तुसी ना हिंदी विच भी छपिया होया, पंजाबी विच भी, वो ट्रैक्ट दिल्ली सिख गुरुद्वारा प्रबंधक कमेटी का, ਉਹਨੂੰ कभी जरूर पढ़ो। वो मुफ्त च फ्री दिता जाता है। वो छोटा जिहा किताबचा वो लैके जरूर पढ़ो। ਉਹਦੇ ਚ पूरे वेरवे दिते गए ने। भारत वर्ष की आज़ादी में सिखों का योगदान। उदों तुसी हैरान होगे कि मुगलों तो लैके अंग्रेज़ों तक, या चीन नाल जंग, पाकिस्तान नाल जंग, उस तो बाद कारगिल तो लैके हुण तक जितनी शहीदियां हुईयां ने, या काला पानी भेजे गए शहीद होने लई, वो सारे शहीदां विच 90% तो वध शहीदियां सिखां दियां ने। इस देश की आज़ादी नूं बचाउण लई ते कायम रखण लई। घट्टो घट किते गल होवेगी, दस ते सकोगे, कह ते सकोगे। आज सोशल मीडिया ने इतना बुरा हाल लोगों का कीता है कि पढ़न वाली तो गल रह ही नहीं गई। सारा समा व्यर्थ दी गल्लां च जा रहा, होरां दी ते पॉजिटिव दी जगह नैगेटिव थिंकिंग बंदे दी हुंदी जा रही है। बुरी गल नूं छेती पकड़ना है। कुछ भी किते एक सिख नाल हो जाता है, छोटी मोटी घटना कोई भी 10 20 50 लोगों ने किते फड़ लिया, झगड़ा हो गया, उन्होंने प्रचार ही जाणगे। ते जे 1.25 लाख नाल एक एक सिख लड़िया तो वह गल चेते ही नहीं है। जे किते सारा गड़ी वाली जंग है, वो चेते ही नहीं है। तुसी बच्चियां नूं सूरबीर बनाउणा है, सूरमा बनाउणा है, ते कदी कदी दास्तान सुनाया करो ना। 14-15 साल तो बाद किन्ने सुनना है तुहानूं? दादा दादी नाल प्यार ते जो है ना बच्चियां दा, उदों तक ही है। 12-14 साल तक
ਉਹ ਦਾਦਾ ਦਾਦੀ ਦੇ ਨੇੜੇ ਬਹੁਤ ਰਹਿੰਦੇ ਨੇ, ਮਾਂ-ਬਾਪ ਦੇ ਨੇੜੇ ਬਹੁਤ ਰਹਿੰਦੇ ਨੇ। ਉਦੋਂ ਜੇ ਤੁਸੀਂ 10 ਮਿੰਟ ਕੱਢ ਲਓ, ਇੱਕ ਵਾਰੀ ਬੇਨਤੀ ਕੀਤੀ ਸੀ ਕਿ ਜੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਕੇ ਰੱਖਣਾ ਹੈ ਤੇ ਰੋਜ਼ 5 ਮਿੰਟ ਦੀ ਇੱਕ ਸਾਖੀ ਸੁਣਾਓ ਤੇ 5 ਮਿੰਟ ਜਾਂ 2-3 ਮਿੰਟ ਦੀ ਗੁਰਬਾਣੀ ਵਿੱਚੋਂ ਇੱਕ ਸਿੱਖਿਆ ਦਾ ਕੋਈ ਬਚਨ ਸੁਣਾ ਦਿਓ। ਸਿੱਖੀ ਤੋਂ ਟੁੱਟਣਗੇ ਨਹੀਂ। ਤੇ ਜਿਹੜਾ ਬੱਚਾ ਸਿੱਖੀ ਤੋਂ ਨਹੀਂ ਟੁੱਟੇਗਾ, ਉਹਦੇ ਅੰਦਰ ਅਣਖ ਗੈਰਤ ਕਾਇਮ ਰਹੇਗੀ, ਉਹ ਫਿਰ ਤੁਹਾਨੂੰ ਧੋਖਾ ਨਹੀਂ ਦੇਗਾ। ਉਹਨੂੰ ਪਤਾ ਰਹੇਗਾ ਕਿ ਮੇਰੇ ਪਿਓ ਦੀ ਇੱਜ਼ਤ ਕੀ ਹੈ, ਮੇਰੇ ਮਾਂ ਦੀ ਇੱਜ਼ਤ ਕੀ ਹੈ, ਬਾਪ ਦਾਦਿਆਂ ਦੀ ਇੱਜ਼ਤ ਕੀ ਹੈ। ਨਹੀਂ ਤੇ ਅੱਜ ਹਾਲਾਤ ਵੇਖ ਰਹੇ ਹੋ, ਉਹੀ ਲੋਕ ਨੇ ਜਿਨ੍ਹਾਂ ਨੇ ਜ਼ੁਲਮ ਕੀਤੇ ਸਨ ਸਾਹਿਬਜ਼ਾਦਿਆਂ ਉੱਤੇ, ਗੁਰੂਆਂ ਉੱਤੇ, ਸਿੱਖਾਂ ਉੱਤੇ। ਉਹੀ ਲੋਕ ਨੇ ਜੋ ਨਾਮ ਬਦਲ ਬਦਲ ਕੇ ਆਪਣੇ ਨਾ ਪੰਜਾਬੀ ਨਾਮ ਰੱਖ ਲੈਣੇ, ਕੋਈ ਹਿੰਦੂ ਨਾਮ ਰੱਖ ਲੈਣੇ, ਤੇ ਭੋਲੀ ਬੱਚੀਆਂ ਨੂੰ, ਬੇਟੀਆਂ ਨੂੰ ਉਸ ਤਰ੍ਹਾਂ ਭਰਮਾ ਕੇ ਅੱਜ ਦੇ ਹਾਲਾਤ ਬੜੇ ਧੋਖੇ ਹੋ ਰਹੇ ਨੇ। ਸੁਚੇਤ ਰਹੋ, ਆਪਣੀ ਬੇਟੀਆਂ ਨੂੰ, ਬੱਚੀਆਂ ਨੂੰ ਸਮਝਾ ਕੇ ਰੱਖੋ ਕਿ ਅਸੀਂ ਉਸ ਗੁਰੂ ਦੇ ਪੁੱਤਰ ਹਾਂ, ਅਸੀਂ ਉਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੰਘ ਹਾਂ। 14 ਤੋਂ ਵੱਧ ਜੰਗਾਂ ਲੜੀਆਂ ਜਿਸ ਗੁਰੂ ਨੇ, ਤੇ ਇਤਿਹਾਸ ਹਿੰਦੂਆਂ ਨੇ ਲਿਖਿਆ, ਮੁਸਲਮਾਨਾਂ ਨੇ ਲਿਖਿਆ, ਅੰਗਰੇਜ਼ਾਂ ਨੇ ਲਿਖਿਆ। ਇੱਕ ਵੀ ਉਦਾਹਰਣ ਤੁਹਾਨੂੰ ਇਹੋ ਜਿਹਾ ਨਹੀਂ ਮਿਲੇਗਾ ਕਿ ਜੰਗ ਦੇ ਵੇਲੇ ਵੀ ਕਿਸੇ ਸਿੰਘ ਨੇ ਕਿਸੇ ਹੋਰ ਮਜ਼ਹਬ ਦੀ ਬਹੂ ਬੇਟੀ ਦੀ ਇੱਜ਼ਤ ਉੱਤੇ ਹੱਥ ਪਾਇਆ ਹੋਵੇ। ਸਗੋਂ ਬਚਾ ਬਚਾ ਕੇ ਇੱਜ਼ਤਾਂ ਘਰ ਤੱਕ ਪਹੁੰਚਾਇਆ ਹੈ। ਖੈਰ ਦਾਸ ਅਰਜ਼ ਕਰ ਰਿਹਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿ ਦਿੱਤਾ ਕਿ ਤੁਹਾਡੇ ਖਾਨਦਾਨ ਵਿੱਚ ਕਾਜ਼ੀ ਕੋਤਵਾਲ ਜਲਦਾਦ ਪੈਦਾ ਹੋਣੇ ਬੰਦ ਹੋ ਜਾਣਗੇ, ਪਰ ਮੇਰੇ ਖਾਨਦਾਨ ਵਿੱਚ ਸ਼ਹੀਦ ਪੈਦਾ ਹੋਣੇ ਬੰਦ ਨਹੀਂ ਹੋਣਗੇ। ਉਹ ਫਿਰ ਸ਼ਹੀਦੀ ਦੀ ਦਾਸਤਾਨ ਗੁਰੂ ਪਿਤਾ ਨੇ ਕਿਹਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਨੇ ਕਰਕੇ ਵਿਖਾ ਦਿੱਤਾ। ਕਿਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ, ਜੋ ਤੂਨੇ ਪਰ ਉਪਕਾਰ ਕੀਏ, ਇੱਕ ਖਾਲਸ ਖਾਲਸਾ ਪੰਥ ਸਜਾ, जातों के भेद निकाल दिए, उस तेग के बेटे ने तेग पकड़, दुखियों के काट जंजाल दिए, उस मुल्को वतन की खिदमत में कहीं बाप दिया कहीं लाल दिए, कहीं बाप दिया कहीं लाल दिए। पिता ते दिता, 4 साहिबजादे भी वार दिते। चलो गल नाल गल जुड़दी है ਤੇ ਚੇਤੇ ਆਈ ਤੇ ਕਹਿ ਹੀ ਦਿਆਂ, ਜਦ ਨਾ ਸਰਬੰਸੀ ਵਾਰ ਦਿੱਤਾ, 4 ਸਾਹਿਬਜ਼ਾਦੇ ਸ਼ਹੀਦੀਆਂ ਪ੍ਰਾਪਤ ਕਰ ਗਏ। ਪਰਿਵਾਰ ਵਿਛੋੜਾ ਜਦ ਹੋਇਆ ਸੀ ਨਾ, ਤੇ ਮਾਤਾ ਸੁੰਦਰ ਕੌਰ, ਸਾਹਿਬ ਕੌਰ, ਇਹ ਵੀ ਵਿਛੜ ਗਏ ਸਨ। ਤੇ ਭਾਈ ਮਨੀ ਸਿੰਘ ਜੀ ਨਾਲ ਇਹ ਦਿੱਲੀ ਵੱਲ ਆ ਗਏ ਸਨ। ਅਖੀਰ ਜਦ ਸਾਹਿਬ ਦਮਦਮਾ ਸਾਹਿਬ ਪੁੱਜੇ ਨਾ, ਸਭ ਕੁਝ ਗਵਾ ਕੇ ਜਦ ਦਮਦਮਾ ਸਾਹਿਬ ਪੁੱਜੇ, ਉੱਥੇ ਫਿਰ ਮਾਤਾਵਾਂ ਨਾਲ ਮਿਲਾਪ ਹੋਇਆ। ਗੁਰੂ ਕੇ ਮਹਿਲ ਉੱਥੇ ਪੁੱਜੇ ਤੇ ਮਾਵਾਂ ਨੇ ਪੁੱਛ ਲਿਆ, ਸਤਿਗੁਰੂ ਜੀ ਲਾਲ ਨਜ਼ਰ ਨਹੀਂ ਆਉਂਦੇ। ਕਿਉਂਕਿ ਉਹ ਵੇਲਾ ਐਸਾ ਸੀ, ਉਦੋਂ ਥੋੜਾ ਫੋਨ ਸੀਗੇ ਵੀ ਟੈਲੀਫੋਨ ਹੈ, ਮੋਬਾਈਲ ਫੋਨ ਨੇ ਜੋ ਘਟਨਾ ਹੋਈ ਉਸੇ ਵੇਲੇ ਦੱਸ ਦਿੱਤੀ ਜਾਂ ਮੀਡੀਆ ਨੇ ਵਿਖਾ ਦਿੱਤਾ। ਉਦੋਂ ਤੇ ਪਤਾ ਹੀ ਨਹੀਂ ਸੀ ਲੱਗਦਾ, ਚਿੱਠੀਆਂ ਵੀ ਮਹੀਨੇ ਬੀਤ ਜਾਂਦੇ ਸਨ ਤੇ ਪਤਾ ਹੀ ਨਹੀਂ ਸੀ ਕਿ 4 ਸਾਹਿਬਜ਼ਾਦੇ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ। ਤੇ ਮਾਵਾਂ ਨੇ ਪੁੱਛ ਲਿਆ ਕਿ ਸਤਿਗੁਰੂ ਜੀ ਲਾਲ ਨਜ਼ਰ ਨਹੀਂ ਆਉਂਦੇ, ਸਾਹਿਬਜ਼ਾਦੇ ਕਿੱਥੇ ਨੇ? ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਨੇ ਕਿਹਾ, ਵਾਰ ਦਿੱਤੇ ਨੇ। ਹਾਂ, ਵਾਰ ਦਿੱਤੇ ਨੇ? ਸਤਿਗੁਰੂ ਵਾਰਨਾ ਤਾਂ ਇਉਂ ਜਾਣੀ ਹੈ ਕਿਉਂਕਿ ਵੇਖਿਆ ਹੈ ਹਮੇਸ਼ਾ ਹੀ ਕੀਮਤੀ ਵਸਤੂ ਤੋਂ ਛੋਟੀ ਚੀਜ਼ ਵਾਰੀ ਜਾਂਦੀ ਹੈ, ਵੱਡੀ ਤੋਂ ਛੋਟੀ ਚੀਜ਼ ਵਾਰੀ ਜਾਂਦੀ ਹੈ। ਕੋਈ 1000 ਤੋਂ ਰੁਪਈਆ ਵਾਰਦਾ, ਕੋਈ ਲੱਖ ਤੋਂ 1000 ਵਾਰਦਾ, ਕੋਈ ਕਰੋੜ ਤੋਂ ਲੱਖ ਵਾਰ ਦਿੰਦਾ ਹੈ।
ਪਰ ਇੱਥੇ ਤੇ ਵੇਖਿਆ ਕਿ ਲੋਕ ਆਪਣੇ ਪੁੱਤਰਾਂ ਤੋਂ ਕਰੋੜਾਂ ਵਾਰ ਦਿੰਦੇ ਨੇ। ਇਹੋ ਜੀ ਕਿਹੜੀ ਕੀਮਤੀ ਵੱਡੀ ਚੀਜ਼ ਵੇਖੀ ਤੁਸੀਂ, ਵੱਡੀ ਗੱਲ ਵੇਖੀ ਜਿਸ ਤੋਂ ਤੁਸੀਂ ਸਾਹਿਬਜ਼ਾਦੇ ਹੀ ਵਾਰ ਦਿੱਤੇ ਨੇ, ਉਹ ਵੀ ਚਾਰੇ ਸਾਹਿਬਜ਼ਾਦੇ। ਉਦੋਂ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੁਵੇ ਤੋ ਕਿਆ ਹੁਆ ਜੀਵਤ ਕਈ ਹਜ਼ਾਰ। ਹੁਣ ਇਹ ਕਹਿਣੇ 'ਚ ਇੱਥੇ ਆਨੰਦ ਆ ਰਿਹਾ। ਇਹ ਜੋ ਹਾਲ ਭਰਿਆ ਹੈ ਨਾ, ਇਹਦੇ ਤੁਸੀਂ ਦੇਖੋ ਦਸਤਾਰਾਂ, ਸਿੱਖੀ ਸਰੂਪ ਪੂਰਾ। ਜਿਹੜੇ ਅੱਤ ਦੀ ਸ਼ਰਧਾ ਰੱਖਣ ਵਾਲੇ ਸਾਡੇ ਸਹਿਜਧਾਰੀ ਵੀਰ ਨੇ, ਇਸ ਸੀਸਗੰਜ ਸਾਹਿਬ ਤੇ ਅਟੂਟ ਸ਼ਰਧਾ ਹੈ ਉਹਨਾਂ ਦੀ, ਉਹ ਵੀ ਰੋਜ਼ ਆ ਕੇ ਹਾਜ਼ਰੀ ਭਰਦੇ ਨੇ। ਪਰ ਜਿਹੜੇ ਸਿੱਖੀ ਸਰੂਪ ਵਿੱਚ ਸਿੱਖ ਨੇ, ਇੱਥੇ ਕਹਿ ਸਕਦੇ ਆ ਕਿ ਦੇਖੋ ਟੋਡਰਮਲ ਵਰਗੇ ਵੀ ਤੇ ਸੀ ਜਿਨ੍ਹਾਂ ਨੇ ਆਪਣਾ ਸਭ ਕੁਝ ਵਾਰ ਕੇ ਤੇ ਕਿਸ ਤਰੀਕੇ ਦੇ ਨਾਲ ਉਹ ਜਗ੍ਹਾ ਖਰੀਦ ਕੇ ਤੇ ਸੰਸਕਾਰ ਕੀਤਾ ਸਾਹਿਬਜ਼ਾਦਿਆਂ ਦਾ। ਪਰ ਮੈਂ ਕਹਿ ਰਿਹਾ ਤਾਂ ਕਿ ਪੰਜਾਬ ਚਲੇ ਜਾਓ ਨਾ, ਤੇ ਉੱਥੇ ਕਿਤੇ ਕਥਾ ਕਰਨ ਦਾ ਮੌਕਾ ਮਿਲ ਜਾਵੇ, ਉੱਥੇ ਲਾਈਨ ਨਹੀਂ ਕਹਿ ਪਾਉਂਦੇ, ਸੱਚ ਜਾਣਿਓ। ਕਿਸ ਤਰ੍ਹਾਂ ਕਹੋਗੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਜਿਨ੍ਹਾਂ ਕੋਲ ਸਿੱਖੀ ਸਰੂਪ ਹੈ ਹੀ ਨਹੀਂ, ਉਹਨਾਂ ਲਈ ਕਿਸ ਤਰ੍ਹਾਂ ਕਹੋਗੇ ਤੁਸੀਂ? ਇਹ ਤੇ ਜੋ ਸਿੱਖੀ ਸਰੂਪ ਚ ਪੱਕੇ ਸਨ, ਸਿਦਕ ਚ ਪੱਕੇ ਸਨ, ਉਹਨਾਂ ਬਾਰੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਨੇ ਇੱਥੇ ਤੱਕ ਕਹਿ ਦਿੱਤਾ ਨਾ, ਜਦ ਸਾਕਾ ਚਮਕੌਰ ਸਾਹਿਬ ਵਾਪਰਿਆ ਤੇ ਉਹ ਚਮਕੌਰ ਗੜੀ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਉੱਪਰ ਚੌਬਾਰੇ ਤੇ ਸੁੱਤੇ ਨੇ ਤੇ ਥੱਲੇ ਉਹ ਸਿੰਘ ਸੁੱਤੇ ਸਨ, ਤੇ ਸਭ ਨੇ ਸੋਚਿਆ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਉੱਪਰ ਕਿਤੇ ਸੌਂ ਗਏ ਹੋਣਗੇ। ਪਰ ਵੇਖਿਆ ਉਹ ਤੇ ਸਜਦੇ 'ਚ ਬੈਠੇ ਨੇ। ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਤਾ, ਉਹ ਤੇ ਵਾਹਿਗੁਰੂ ਵਾਹਿਗੁਰੂ ਕਰ ਰਹੇ ਸਿਰ ਝੁਕਾ ਕੇ। ਕਹਿੰਦੇ ਕੁਝ ਸਮਾਂ ਜਦ ਬੀਤਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਨੇ ਬਚਨ ਕਹੇ ਸਨ ਕਿ ਐ ਮਾਲਕ ਵਾਹਿਗੁਰੂ, मैं तेरा हूं, मेरे बच्चे भी तेरे हैं, थे तेरे हैं तेरे, रहेंगे तेरे, जिस हाल में रखे वही हाल है अच्छा, जुज शुक्र के जुबान पे आने का नहीं शिकवा। करतार से कहते थे गोया रूबरू होकर, कल जाऊंगा मैं चमकौर से सुरखरू होकर। देखो साडे बच्चे नूं ना बुखार भी आ जावे, वाहिगुरू ना करे, ਤੇ ਬੰਦਾ ਤੜਪ ਉੱਠਦਾ, ਕਹਿੰਦਾ ਵਾਹਿਗੁਰੂ ਇਹ ਤੂੰ ਮੇਰੇ ਨਾਲ ਕੀ ਕਰ ਰਿਹਾ। ਅਸੀਂ ਸ਼ਿਕਵੇ ਸ਼ਿਕਾਇਤਾਂ ਬਹੁਤ ਕਰਦੇ ਹਾਂ। ਕੋਈ ਥੋੜਾ ਜਿਹਾ ਚਲਾ ਜਾਵੇ, ਮਿਲਿਆ ਹੋਵੇ ਹਜ਼ਾਰਾਂ ਲੱਖਾਂ ਤੋਂ ਬਾਅਦ ਕਰੋੜਾਂ ਮਿਲ ਗਿਆ ਹੋਵੇ, ਪਰ ਜੇ ਕਿਤੇ ਕਿਤੇ ਲੱਖ ਰੁਪਏ ਦਾ ਵੀ ਨੁਕਸਾਨ ਹੋ ਜਾਵੇ ਨਾ ਤੇ ਤੜਪ ਉੱਠਦੇ ਆ, ਵਾਹਿਗੁਰੂ ਮੈਂ ਤੇਰੇ ਗੁਰਦੁਆਰੇ ਆਉਂਦਾ, ਇਹ ਤੂੰ ਮੇਰੇ ਨਾਲ ਕੀ ਕੀਤਾ। ਕਰਦੇ ਆ ਨਾ ਸ਼ਿਕਾਇਤ। ਪਰ ਸਾਡੇ ਗੁਰੂ ਪਿਤਾ ਜੀ ਆਨੰਦਪੁਰ ਸਾਹਿਬ ਵਸਦਾ ਰਸਦਾ, ਜਿੱਥੇ ਪ੍ਰਸਾਦੀ ਹਾਥੀ ਆ ਕੇ ਪੈਰ ਧੁੰਦਾ ਹੈ, ਸਤਿਗੁਰੂ ਤੁਰਦੇ ਨੇ ਗਲੀਚੇ ਵਿੱਚ ਜਾਂਦੇ ਨੇ, ਸਿੰਘਾਸਨ ਤੇ ਚਾਨਣੀ ਐਸੀ ਹੈ ਤੇ ਸ਼ਾਨੋ ਸ਼ੌਕਤ ਵੇਖ ਕੇ ਔਰੰਗਜ਼ੇਬ ਦੀ ਈਗੋ ਹਰਟ ਹੁੰਦੀ ਹੈ, ਹਉਮੈ ਤੇ ਸੱਟ ਵੱਜਦੀ ਹੈ। ਪਹਾੜੀ ਰਾਜੇ 22 ਧਾਰ ਦੇ ਰਾਜੇ ਸ਼ਾਨੋ ਸ਼ੌਕਤ ਵੇਖ ਕੇ ਤੜਪ ਉੱਠਦੇ ਨੇ ਵੀ ਗੁਰੂ ਦੀ ਇੰਨੀ ਸ਼ਾਨ, ਅਸੀਂ ਤੇ ਕਿਤੇ ਨਹੀਂ ਟਿਕਦੇ। ਇੰਨਾ ਕੁਝ ਹੁੰਦਿਆਂ ਹੋਇਆਂ ਵੀ ਆਨੰਦ ਵਿੱਚ ਨੇ, ਤੇ ਜਦ ਕੁਝ ਵੀ ਨਹੀਂ ਆਨੰਦਪੁਰ ਸਾਹਿਬ ਛੱਡ ਦਿੱਤਾ ਹੈ ਤਾਂ ਵੀ ਆਨੰਦ ਵਿੱਚ ਹੀ ਨੇ। ਕੋਈ ਸ਼ਿਕਵਾ ਸ਼ਿਕਾਇਤ ਨਹੀਂ। ਤੇ ਮੇਰੀ ਸਿਰਫ ਇਤਨੀ ਬੇਨਤੀ ਹੈ, ਘੱਟੋ ਘੱਟ
ਜੋ 23 ਤਰੀਕ ਨੂੰ ਦਮਦਮਾ ਸਾਹਿਬ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ, ਤੇ ਜੇ ਤੇ ਕਿਸੇ ਬੱਚੇ ਦਾ ਟੈਸਟ ਜਾਂ ਪੇਪਰ ਨਾ ਹੋਵੇ ਤੇ ਉਸ ਦਿਨ ਜ਼ਰੂਰ ਛੁੱਟੀ ਕਰਾਓ। ਇੱਕ ਦਿਨ ਲੈ ਕੇ ਜਾਓ ਬੱਚਿਆਂ ਨੂੰ ਨਾਲ। ਬੱਚੇ ਪੁੱਛਣਗੇ ਕਿਉਂ ਛੁੱਟੀ ਕਰਾਈ ਹੈ? ਉੱਦਾਂ ਤੇ ਮੰਮੀ ਪਾਪਾ ਮੈਂ ਕਹਿੰਦਾ ਛੁੱਟੀ ਕਰ ਲਿਆ, ਤੁਸੀਂ ਮੈਨੂੰ ਜ਼ਬਰਦਸਤੀ ਭੇਜਦੇ ਹੋ, ਅੱਜ ਕੀ ਗੱਲ ਹੈ? ਫਿਰ ਦੱਸੋ। ਰਾਹ 'ਚ ਜਾਂਦਿਆਂ ਹੋਇਆਂ ਉਹ ਦਾਸਤਾਨ ਉੱਥੇ ਲੈ ਚੱਲੇ ਆ ਤੁਹਾਨੂੰ, ਉਸ ਗੁਰੂ ਪਿਤਾ ਦੇ ਮਹਾਨ ਅਸਥਾਨ ਦਮਦਮਾ ਸਾਹਿਬ, ਜਿਸ ਦੇ ਸਾਹਿਬਜ਼ਾਦੇ ਇਉਂ ਸ਼ਹੀਦੀਆਂ ਪ੍ਰਾਪਤ ਕਰ ਗਏ। ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲੱਗਿਆਂ ਉੱਥੇ ਲੈ ਕੇ ਜਾਓ, ਨਹੀਂ ਤਾਂ ਘੱਟੋ ਘੱਟ ਇਸ ਮਹਾਨ ਅਸਥਾਨ ਤੇ ਆਓ, ਸ਼ਹੀਦੀ ਅਸਥਾਨ ਤੇ। ਮੈਂ ਤੇ ਨਿਮਰਤਾ ਨਾਲ ਬੇਨਤੀ ਕਰਾਂ, ਬੰਦਾ ਖੁਸ਼ੀਆਂ ਦੇ ਵੇਲੇ ਉੱਥੇ ਜਾਂਦਾ ਹੈ ਜਿੱਥੇ ਵਿਆਹ ਸ਼ਾਦੀਆਂ ਹੁੰਦੀਆਂ ਨੇ, ਪਰ ਦੁੱਖ ਦੇ ਵੇਲੇ ਉੱਥੇ ਪੁੱਜਦਾ ਜਿੱਥੇ ਦੁੱਖ ਵਾਪਰਿਆ ਹੋਵੇ। ਇਹ ਸ਼ਹੀਦੀਆਂ ਦਾ ਮਹੀਨਾ ਜੋ ਹੈ ਨਾ, ਇਹ ਸੀਸਗੰਜ ਸਾਹਿਬ ਨਾ ਛੱਡਿਆ ਕਰੋ। ਇਹ ਬੱਚਿਆਂ ਨੂੰ ਪੜ੍ਹਨ ਭੇਜਦਿਆਂ ਹੀ ਸਿੱਧਾ ਦੌੜ ਕੇ ਇਸ ਸਥਾਨ ਤੇ ਪੁੱਜੋ ਤੇ ਉਸ ਦਾਦੇ ਦਾ ਸਤਿਕਾਰ ਕਰਦਿਆਂ ਆ ਕੇ ਸ਼ੁਕਰਾਨਾ ਕਰੋ, ਜਿਸ ਦਾਦੇ ਨੇ ਕਿਹਾ ਸੀ ਕਿ ਆਪਣੀ ਔਲਾਦ ਨੂੰ ਮੈਂ ਸ਼ਹੀਦੀ ਦੇਣਾ ਵਿਰਾਸਤ ਦੇ ਚੱਲਿਆ। ਕਿਉਂਕਿ ਜੇ ਉਹ ਸ਼ਹੀਦੀ ਨਾ ਦਿੰਦੇ ਨਾ ਚਾਰ ਸਾਹਿਬਜ਼ਾਦੇ, ਤੇ ਅੱਜ ਇਹ ਹਾਲਾਤ ਨਹੀਂ ਸਨ ਹੋਣੇ। ਸਿੱਖਾਂ ਦਾ ਰੁਤਬਾ ਅੱਜ ਵੀ ਕਮਾਲ ਦਾ ਹੈ। ਸਿੰਘਾਂ ਦਾ ਤੁਸੀਂ ਦੇਖੋ, ਸਰਦਾਰ ਐਵੇਂ ਨਹੀਂ ਕਹਿ ਦਿੱਤਾ, ਉਸ ਪਿੱਟ ਉਹ ਜਜ਼ਬਾ ਵੀ ਭਰਿਆ ਹੈ। ਤੁਸੀਂ ਕਿਸੇ ਵੀ ਲਾਈਨ ਵਿੱਚ ਵੇਖ ਲਓ, ਤੁਸੀਂ ਵਿਦੇਸ਼ ਚਲੇ ਜਾਓ, ਇੰਗਲੈਂਡ, ਅਮਰੀਕਾ, ਕੈਨੇਡਾ, ਹੋਰ ਦੇਸ਼ਾਂ ਵਿੱਚ ਸਿੱਖਾਂ ਕੋਲ ਉੱਥੇ ਦੇ ਗੋਰੇ 2-2 ਹਜ਼ਾਰ 4-4 ਹਜ਼ਾਰ ਦੇ ਸਟਾਫ ਹੈਗਾ ਉਹਨਾਂ ਦਾ, ਤੇ ਬੌਸ ਕੌਣ? ਗੁਰੂ ਕਾ ਸਿੱਖ। ਕਿਉਂਕਿ ਸਾਨੂੰ ਸਰਦਾਰੀਆਂ ਦਿੱਤੀਆਂ ਨੇ, ਜਿਨ ਕੀ ਜਾਤ ਬਰਨ ਕੁਲਮਾ ਹੀ ਸਰਦਾਰੀ ਨਾ ਭਈ ਕਦਾਂ ਹੀ, ਤਿਨ ਹੀ ਕੋ ਸਰਦਾਰ ਬਣਾਓ ਤਬੈ ਗੋਬਿੰਦ ਸਿੰਘ ਨਾਮ ਕਹਾਉ। ਜੋ ਦਾਸ ਅਰਜ ਕਰ ਰਿਹਾ ਸੀ, ਇੱਕ ਸੰਦੇਸ਼ ਦੇਣਾ ਚਾਹੁੰਦਾ, ਜੇ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਤੇ ਕੋਈ ਸੁਣ ਰਿਹਾ ਹੋਵੇ ਨੌਜਵਾਨ, ਤੇ ਘੱਟੋ ਘੱਟ ਇਸ ਗੱਲ ਨੂੰ ਚੇਤੇ ਰੱਖੋ, ਜੇ ਤੁਸੀਂ ਕੇਸ ਕਤਲ ਕਰਵਾਏ ਹੋਏ ਨੇ ਤੇ ਫਿਰ ਗੁਰੂ ਦਾ ਉਹ ਪਿਆਰ ਤੁਸੀਂ ਪ੍ਰਾਪਤ ਨਹੀਂ ਕਰ ਸਕਦੇ। ਜੇ ਤੁਸੀਂ ਸਿੱਖੀ ਸਰੂਪ ਵਿੱਚ ਹੋ, ਜੇ ਤੁਸੀਂ ਨਿਤਨੇਮੀ ਹੋ, ਜੇ ਤੁਸੀਂ ਅੰਮ੍ਰਿਤ ਛਕਿਆ ਹੈ, ਤੇ ਗੁਰੂ ਤੇ ਤੁਹਾਡੇ ਪੈਰਾਂ ਤੇ ਸਿਰ ਝੁਕਾਉਣ ਨੂੰ ਤਿਆਰ ਬੈਠਾ ਹੈ। ਇਹੋ ਜਿਹਾ ਸੂਰਮਾ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਵਰਗਾ, ਉਹ ਤੇ ਤੁਹਾਨੂੰ ਕਹਿਣ ਨੂੰ ਬੈਠਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਜੋ ਦਾਸ ਅਰਜ ਕਰਨੀ ਚਾਹ ਰਿਹਾ ਸੀ ਕਿ ਸਾਕਾ ਚਮਕੌਰ ਸਾਹਿਬ ਜਦ ਵਾਪਰਿਆ, ਸਤਿਗੁਰੂ ਜਦ ਰਾਤ ਨੂੰ ਥੱਲੇ ਉਤਰੇ, ਉਹ ਸਿੰਘ ਸੁੱਤੇ ਹੋਏ ਸਨ। ਲੇਟ ਗਏ ਕੁਛ ਖਾਕ ਪਰ ਜੀ ਪੋਸ਼ ਪਿਛਾ ਕਰ, ਪਹਿਰਾ ਲਗੇ ਦੇਨੇ ਕੁਛ ਤਲਵਾਰ ਕੋ ਉਠਾ ਕਰ। ਕੁਝ ਪਹਿਰੇ ਤੇ ਖੜੇ ਹੋ ਗਏ ਨੇ ਤੇ ਕੁਝ ਭੁੰਜੇ ਸੌਂ ਗਏ ਨੇ। ਤੇ ਇੱਕ ਸਿੰਘ ਦਾ ਜ਼ਿਕਰ ਆਉਂਦਾ ਹੈ ਕਿ ਉਹ ਪਹਿਰੇ ਤੇ ਖੜਾ ਹੈ, ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਕਿ ਸਿੰਘਾ, ਅੱਜ ਤੱਕ ਤੂੰ ਗੁਰੂ ਤੋਂ ਮੰਗਦਾ ਆਇਆ, ਇਹਦਾ ਨਾਮ ਸੀ ਮਦਨ ਸਿੰਘ। ਮਦਨ ਸਿੰਘ, ਅੱਜ ਤੱਕ ਤੂੰ ਗੁਰੂ ਤੋਂ ਮੰਗਦਾ ਆਇਆ, ਅੱਜ ਗੁਰੂ ਤੇਰੇ ਤੋਂ ਕੁਝ ਮੰਗ ਰਿਹਾ, ਵੇਖ ਮੋੜੀ ਨਾ। ਸਿੱਖ ਦੇ ਹੱਥ ਜੁੜ ਗਏ, ਸਤਿਗੁਰੂ ਤੁਸੀਂ ਦਾਤੇ, ਮੈਂ ਮੰਗਤਾ ਭਿਖਾਰੀ, ਮੈਂ ਦੇ ਕੀ ਸਕਦਾ? ਕਹਿੰਦੇ ਇੱਕ ਕੰਮ ਕਰ, ਕਿਉਂਕਿ ਉਹਨੂੰ ਨਾ ਮਦਨ ਸਿੰਘ ਨੂੰ ਨਿੰਦਰ ਦਾ ਝੋਂਕਾ ਆ ਗਿਆ ਸੀ, ਕਈ ਦਿਨਾਂ ਤੋਂ ਜਾਗਿਆ ਹੋਇਆ ਸੀ, ਪਹਿਰੇ ਤੇ ਖੜਾ। ਅੱਜ ਸਤਿਗੁਰੂ ਨੇ ਕਿਹਾ ਨੇਜਾ ਮੈਨੂੰ ਫੜਾ ਦੇ, ਤੂੰ ਜਾ ਕੇ ਸੌਂ ਜਾ ਤੇ ਮੈਂ ਪਹਿਰੇ ਤੇ ਖੜਾ ਹੁੰਦਾ। ਸਿੰਘ ਕਹਿੰਦਾ ਇਹ ਕਿਸ ਤਰ੍ਹਾਂ ਹੋ ਸਕਦਾ? ਸਤਿਗੁਰੂ ਸਾਹਿਬ ਨੇ ਕਿਹਾ ਇੱਕ ਰਾਤ ਤੇਰੇ ਤੋਂ ਮੰਗ ਕੇ ਲਈ ਹੈ,
ਕੰਬਦੇ ਹੱਥਾਂ ਨਾਲ ਉਹ ਨੇਜਾ ਫੜਾ ਦਿੱਤਾ, ਸਿੰਘ ਜਾ ਕੇ ਸੌਂ ਗਿਆ। ਕੁਝ ਸਮਾਂ ਬੀਤਿਆ, ਸਤਿਗੁਰੂ ਇਤਨਾ ਪਿਆਰ ਚ ਆਏ ਕਿ ਉਸ ਪਾਸੇ ਗਏ ਜਿੱਧਰ ਸਿੰਘ ਸੁੱਤੇ ਹੋਏ ਸਨ। ਕਈਆਂ ਦੀ ਸਰਾਣੇ ਉਹ ਕਾਠੀਆਂ ਇੱਧਰ ਉੱਧਰ ਹੋ ਗਈਆਂ ਸਨ। ਸੁੱਤੇ ਬੰਦੇ ਦੀ ਕਈ ਵਾਰੀ ਜੋ ਪਟਕਾ ਬੰਨਿਆ ਦਸਤਾਰ ਉਹ ਵੀ ਇੱਧਰ ਹੋ ਜਾਂਦੀ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਨੇ ਜਾ ਕੇ ਸਭ ਕੁਝ ਠੀਕ ਕੀਤਾ। ਪਰ ਜੋ ਬਚਨ ਲਿਖੇ ਨੇ ਕਿ ਹਰ ਮੂੰਹ ਚੂਮਾ ਦਹਨ ਚੂਮਨੇ ਬੈਠੇ, ਪਿਆਰ ਦਿੱਤਾ ਸਿੰਘਾਂ ਨੂੰ। ਅੱਜ ਨਾ ਠੰਡ ਜਿਹੜਾ ਪੋਹ ਦਾ ਮਹੀਨਾ ਕਦੀ ਮਹਿਸੂਸ ਕਰਿਓ ਕਿ ਅੱਧੀ ਰਾਤ ਬੀਤਦੀ, ਕਈ ਵਾਰੀ ਮਾਂ ਨੂੰ ਜਾਂ ਪਿਤਾ ਨੂੰ ਜਾਗ ਆ ਜਾਵੇ, ਭਾਵੇਂ ਉਹਦਾ ਬੱਚਾ ਜਵਾਨ ਹੀ ਕਿਉਂ ਨਾ ਹੋਵੇ ਜਾਂ ਬੇਟੀ, ਉਹ ਜਿੱਧਰ ਸੁੱਤੇ ਨੇ ਨਾ ਬੱਚੇ, ਅਚਨਚੇਤ ਮਾਂ-ਬਾਪ ਪਿਆਰ ਵਿੱਚ ਭਿੱਜ ਕੇ ਉੱਧਰ ਚਲੇ ਜਾਂਦੇ ਨੇ ਕਿ ਕਿਤੇ ਉਹਨੇ ਕੰਬਲ ਦੂਰ ਤੇ ਨਹੀਂ ਸਿੱਟ ਦਿੱਤੀ, ਰਜਾਈ ਹੱਟ ਤੇ ਨਹੀਂ ਗਈ, ਮੇਰੇ ਬੱਚੇ ਨੂੰ ਠੰਡ ਨਾ ਲੱਗ ਜਾਵੇ। ਉਹ ਰਾਤੀ ਸਭ ਕੁਝ ਕਰਕੇ ਰਜਾਈ ਪਵਾ ਕੇ ਤੇ ਮੱਥਾ ਚੁੰਮ ਕੇ ਆ ਜਾਂਦੇ ਨੇ, ਪਿਆਰ ਦੇ ਕੇ, ਬੱਚੇ ਨੂੰ ਪਤਾ ਹੀ ਨਹੀਂ ਹੁੰਦਾ। ਬਿਲਕੁਲ ਇਉਂ ਗੁਰੂ ਪਿਤਾ ਜੀ ਕਹਿੰਦੇ ਮੱਥੇ ਚੁੰਮੇ ਨੇ ਜਿਨ੍ਹਾਂ ਹੱਥਾਂ 'ਚ ਆਨੰਦਪੁਰ ਸਾਹਿਬ ਕਈ ਦਿਨ ਤਲਵਾਰਾਂ ਫੜ ਫੜ ਕੇ ਤੇ ਵਿੱਢੇ ਪੈ ਗਏ ਸਨ, ਉਹ ਹੱਥ ਚੁੰਮੇ ਨੇ ਹਰ ਦਹਨ ਚੂਮਾ। ਜਬ ਸਤਿਗੁਰੂ ਜੀ 35 ਆਏ, ਸਿੰਘ ਹੋ ਕੇ ਚਰਨ ਚੂਮਨੇ ਬੈਠੇ। ਕਹਿੰਦੇ ਸਿੰਘਾਂ ਦੇ ਚਰਨ ਚੁੰਮ ਲਏ ਨੇ। ਪੁੱਛੇ ਸਤਿਗੁਰੂ ਕੀ ਇਤਿਹਾਸਕਾਰ ਠੀਕ ਲਿਖ ਰਿਹਾ ਜਾਂ ਝੂਠ? ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਬਿਲਕੁਲ ਠੀਕ, ਮੈਂ ਤੇ ਕਹਿ ਦਿੱਤਾ ਇਨਹੀ ਕੀ ਕਿਰਪਾ ਕੇ ਸਜੇ ਹਮ ਹੈਂ, ਨਹੀਂ ਮੋਸੇ ਗਰੀਬ ਕਰੋੜ ਪਰੇ ਹੈ। ਉਹ ਸਿੰਘ ਸਾਡੇ ਵਰਗੇ ਥੋੜਾ ਕੋਈ, ਉਹ ਸਿੰਘ ਤੇ ਗੁਰੂ ਦਾ ਰੂਪ ਹੋ ਚੁੱਕੇ ਸਨ। ਜੇ ਅਨੰਦਪੁਰ ਸਾਹਿਬ ਵਸਦਾ ਰਸਦਾ ਤਾਂ ਵੀ ਗੁਰੂ ਦੇ ਨੇ। ਜੇ ਅੱਜ ਦੁਸ਼ਮਣ ਘੇਰ ਕੇ ਮਾਰ ਦੇਣਾ ਚਾਹੁੰਦਾ ਹੈ ਤਾਂ ਵੀ ਜਾਨਾਂ ਵਾਰਨ ਨੂੰ ਤਿਆਰ ਨੇ, ਪਰ ਉਥੋਂ ਹਿਲੇ ਨਹੀਂ ਨੇ। ਇੱਕ ਲਾਈਨ ਦਾ ਇਸ਼ਾਰਾ ਤੁਹਾਨੂੰ ਦੇ ਦਿਆਂ ਗੁਰਬਾਣੀ ਵਿੱਚੋਂ, ਪਿਤਾ ਹਮਾਰੇ ਪ੍ਰਗਟੇ ਮਾਝ। ਕਹਿੰਦੇ ਮੇਰੇ ਵਿੱਚੋਂ ਮੇਰੇ ਪਿਤਾ ਨੇ ਜਨਮ ਲੈ ਲਿਆ ਹੈ। ਪਿਤਾ ਵਿੱਚੋਂ ਤੇ ਪੁੱਤਰ ਜਨਮ ਲੈਂਦਾ ਹੈ, ਪਰ ਪੁੱਤਰ ਵਿੱਚੋਂ ਵੀ ਪਿਤਾ ਜਨਮ ਲੈ ਸਕਦਾ ਹੈ? ਐਸਾ ਹੋ ਸਕਦਾ ਹੈ? ਕਹਿੰਦੇ ਹਾਂ ਹੁੰਦਾ ਹੈ। ਕਦ ਹੁੰਦਾ ਹੈ? ਪਿਤਾ ਪੂਤ ਰਲ ਕੀਨੀ ਸਾਂਝ, ਜਦ ਪਿਓ ਪੁੱਤਰ ਦੀ ਬਹੁਤ ਸਾਂਝ ਹੁੰਦੀ ਹੈ। ਜਿਹੜਾ ਪੁੱਤਰ ਹਮੇਸ਼ਾ ਹੀ ਆਪਣੇ ਪਿਤਾ ਦਾ ਪ੍ਰਭਾਵ ਕਬੂਲ ਕਰਦਾ ਹੈ, ਉਹਦੇ ਵਰਗਾ ਬਣਨਾ ਚਾਹੁੰਦਾ ਹੈ, ਤੇ ਧੀਰੇ ਧੀਰੇ ਸਹਿਜੇ ਸਹਿਜੇ ਉਹਦੀ ਰਹਿਣੀ ਬਹਿਣੀ ਬੋਲ ਚਾਲ ਸਭ ਕੁਝ ਪਿਤਾ ਵਰਗੀ ਹੋਣੀ ਆਰੰਭ ਹੋ ਜਾਂਦੀ ਹੈ। ਤੇ ਇਹ ਬਿਲਕੁਲ ਇਉਂ ਹੁੰਦਾ ਹੈ ਜਿਸ ਤਰ੍ਹਾਂ ਕੋਈ ਜਵਾਨ ਪੁੱਤਰ ਦੂਜੇ ਸ਼ਹਿਰ ਗਿਆ ਕਿਸੇ ਫੰਕਸ਼ਨ ਪ੍ਰੋਗਰਾਮ ਵਿੱਚ, ਉੱਥੇ ਹਜ਼ਾਰਾਂ ਦੀ ਤਾਦਾਦ, ਪਰ ਅਚਾਨਕ ਇੱਕ ਬੰਦਾ ਬਜ਼ੁਰਗ ਦੌੜ ਕੇ ਆਉਂਦਾ ਤੇ ਬਾਹੋਂ ਫੜ ਕੇ ਹਿਲਾ ਕੇ ਕਹਿੰਦਾ ਕਿ ਤੂੰ ਮੋਹਨ ਸਿੰਘ ਦਾ ਪੁੱਤਰ ਹੈ। ਉਹ ਕਹਿੰਦਾ ਹਾਂ ਮੋਹਨ ਸਿੰਘ ਦਾ, ਪਰ ਤੁਹਾਨੂੰ ਕਿਸ ਤਰ੍ਹਾਂ ਪਤਾ? ਤੇ ਉਹ ਕਹਿੰਦਾ ਕਿ ਤੇਰੇ ਵਿੱਚੋਂ ਤੇਰਾ ਪਿਤਾ ਦਿਖਦਾ ਹੈ। ਮੋਹਨ ਸਿੰਘ ਦਿਖਦਾ ਹੈ ਕਿਉਂਕਿ ਮੇਰਾ ਮਿੱਤਰ ਸੀ ਮੋਹਨ ਸਿੰਘ, ਤੇ 25 ਸਾਲ ਪਹਿਲਾਂ ਵਿਛੜ ਗਏ ਆ ਤੇ ਮੈਂ ਉਹਨੂੰ ਵੇਖਿਆ ਨਹੀਂ, ਪਰ 25 ਸਾਲਾਂ ਬਾਅਦ ਤੈਨੂੰ ਵੇਖਿਆ ਤੇ ਤੂੰ ਬਿਲਕੁਲ ਆਪਣੇ ਪਿਤਾ ਵਰਗਾ ਹੈ। ਜਿਸ ਦਿਨ ਕਿਸੇ ਨੇ ਸਾਡੇ ਸਿੱਖੀ ਸਰੂਪ ਨੂੰ ਵੇਖ ਕੇ, ਰਹਿਤ ਬਹਿਤ ਨੂੰ ਵੇਖ ਕੇ ਕਹਿ ਦਿੱਤਾ ਨਾ ਕਿ ਤੇਰੇ ਵਿੱਚੋਂ ਗੁਰੂ ਗੋਬਿੰਦ ਸਿੰਘ ਦਿਖਦਾ ਹੈ, ਬਸ ਉਸ ਦਿਨ ਗੱਲ ਬਣ ਜਾਵੇਗੀ। ਗੱਲ ਇੱਥੇ ਸ਼ਕਲ ਸੂਰਤ ਦੀ ਨਹੀਂ ਹੁੰਦੀ, ਗੱਲ ਬਹੁਤ ਕੁਝ ਦੀ ਹੁੰਦੀ ਹੈ। ਅਕਸਰ ਗੱਲ ਸਮਝ ਆ ਜਾਵੇ ਤੇ ਕਹਿ ਦਿੰਦੇ ਆ, ਨਹੀਂ ਤੇ ਕਹਿਣ ਦੀ ਲੋੜ ਨਹੀਂ ਹੁੰਦੀ। ਤੇ ਦਾਸ ਦਾ ਫਰਜ਼ੰਦ ਹੈ ਹਰਮੀਤ ਸਿੰਘ ਖਾਲਸਾ ਤੇ ਰਵਿੰਦਰ ਵੀਰ ਜੀ ਬੈਠੇ ਨੇ ਸਾਹਮਣੇ, ਚਰਨਜੀਤ ਸਿੰਘ ਬੈਠੇ ਨੇ, ਉਹ ਹੋਰ ਸੰਗਤਾਂ ਕਹਿ ਦਿੰਦੀਆਂ ਨੇ, ਜਦੋਂ ਕਥਾ ਕਰੇ ਉੱਠੇ ਬੈਠੇ ਤੁਰੇ ਫਿਰੇ, ਤੇ ਉਹਨੂੰ ਕਹਿ ਹੀ ਦਿੰਦੇ ਨੇ ਕਿ ਤੂੰ ਬਿਲਕੁਲ ਤੇਰੇ ਪਿਤਾ ਵਰਗਾ ਹੈ। ਮੈਂ ਸੋਚਦਾ ਕਦੀ ਮੈਨੂੰ ਕੋਈ ਕਹਿ ਦਵੇ ਕਿ ਤੇਰੇ ਵਿੱਚੋਂ ਗੁਰੂ ਗੋਬਿੰਦ ਸਿੰਘ ਦਿਖਦਾ, ਤੇ ਸੱਚ ਜਾਣਿਓ ਗੁਰੂ ਦੀ ਹਜ਼ੂਰੀ ਕਹਿ ਰਿਹਾ ਕਿ ਮੈਨੂੰ ਕਿਹਾ ਵੀ ਹੈ।
ਮੈਨੂੰ ਕਿਹਾ ਵੀ ਹੈ ਕਿ ਤੁਹਾਡੇ ਵਿੱਚੋਂ ਗੁਰੂ ਗੋਬਿੰਦ ਸਿੰਘ ਦਾ ਸਰੂਪ ਵਿਖਦਾ ਹੈ, ਪਰ ਬਿਲਕੁਲ ਨਹੀਂ। ਉਹ ਸਿਰਫ ਬਾਹਰ ਦਾ ਕਿਸੇ ਵੇਲੇ ਬਾਣਾ ਤੇ ਚੀਜ਼ਾਂ ਵੇਖ ਕੇ ਕੋਈ ਕਹਿ ਵੀ ਸਕਦਾ ਹੈ, ਪਰ ਨਹੀਂ, ਖਾਲਸਾ ਬਣਨਾ ਬਹੁਤ ਔਖਾ ਹੈ, ਗੁਰੂ ਵਰਗਾ ਬਣਨਾ ਬਹੁਤ ਔਖਾ ਹੈ। ਹਾਂ, ਅਸੀਂ ਸਿੱਖ ਹੀ ਬਣ ਜਾਈਏ ਤੇ ਬਹੁਤ ਵੱਡੀ ਗੱਲ ਹੋਵੇਗੀ, ਪਰ ਘੱਟੋ ਘੱਟ ਮਾਣ ਤੇ ਹੁੰਦਾ ਹੈ ਨਾ। ਬੱਚਾ ਕਿਤਨਾ ਵੀ ਅਕਿਰਤ ਘਣ ਹੋਵੇ, ਕਿਤਨਾ ਵੀ ਆਸਾਨ ਫਰਾਮੋਸ਼ ਹੋਵੇ, ਪਰ ਜੇ ਕਿਤੇ ਕੋਈ ਕਹਿ ਦੇਵੇ ਨਾ ਕਿ ਤੇਰਾ ਮੂੰਹ ਮੁਹੰਦਰਾ ਮਿਲਦਾ ਪਿਤਾ ਨਾਲ, ਤੇ ਖੁਸ਼ੀ ਦਾ ਆਰਾ ਭਾਰ ਨਹੀਂ ਰਹਿੰਦਾ। ਸੋ ਸਾਧ ਸੰਗਤ ਜੀ, ਯਤਨ ਕਰੋ ਕਿ ਆਪਣੇ ਅੰਦਰ ਇਮੋਸ਼ਨਲ ਹੋਇਆ ਕਰੋ ਤੇ ਇਹਨਾਂ ਗੱਲਾਂ ਉੱਤੇ ਹੋਇਆ ਕਰੋ। ਫਿਰ ਹੋ ਸਕਦਾ ਬਹੁਤ ਬੁਰਾਈਆਂ ਤੋਂ ਅਸੀਂ ਬਚ ਜਾਈਏ, ਬਹੁਤਿਆਂ ਦਾ ਬੁਰਾ ਕਰਨ ਤੋਂ ਬਚ ਜਾਈਏ। ਸਾਹਿਬ, ਇਹ ਪੋਹ ਦਾ ਮਹੀਨਾ, ਕਹਿੰਦੇ ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰਨਾ। ਪੋਹ ਦਾ ਮਹੀਨਾ ਸਭ ਨੂੰ ਠੰਡਾ ਲੱਗਦਾ। ਕਿੰਨੇ ਕਿੰਨੇ ਕੱਪੜੇ ਅਸੀਂ ਪਾਉਂਦੇ ਹਾਂ, ਲੀੜੇ ਪਾਉਂਦੇ ਹਾਂ। ਘਰ ਵਿੱਚ ਬਾਥਰੂਮ ਵਿੱਚ ਇਸ਼ਨਾਨ ਵੀ ਕਰਨਾ ਹੋਵੇ ਤੇ ਜੋੜੇ ਪਾ ਕੇ ਕਰਨਾ ਪੈਂਦਾ, ਵੀ ਫਰਸ਼ ਇਤਨਾ ਠੰਡਾ ਹੈ। ਤੇ ਸੋਚੋ, ਉਹ ਗੁਰੂ, ਆਪਾਂ ਅਕਸਰ ਕਹਿ ਦਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਮਾਛੀਵਾੜੇ ਦੇ ਜੰਗਲ ਨੇ, ਪੈਰਾਂ 'ਚ ਜੋੜੇ ਨਹੀਂ, ਜਾਮਾ ਲੀਰੋ ਲੀਰ ਹੈ, ਸਿਰ ਉੱਤੇ ਦਸਤਾਰ ਨਹੀਂ, ਕੇਵਲ ਕੇਸਗੀ ਹੈ। ਪਰ ਵਿਦਵਾਨ ਕਹਿੰਦਾ ਇਹ ਵੀ ਤਾਂ ਸੋਚੋ, ਜੋੜੇ ਕਿਉਂ ਨਹੀਂ ਹਨ? ਕਾਰਨ ਤੇ ਹੋਵੇਗਾ। ਉਹ ਲਿਖਦਾ, ਕਹਿੰਦੇ ਸਤਿਗੁਰੂ ਨੇ ਚਮਕੌਰ ਗੜੀ ਤੋਂ ਨਿਕਲਣ ਲੱਗਿਆ ਜੋੜੇ ਆਪ ਲਾਹ ਦਿੱਤੇ ਸਨ, ਉਤਾਰ ਦਿੱਤੇ। ਤੇ ਸਿੰਘਾਂ ਨੇ ਕਿਹਾ, ਸਤਿਗੁਰੂ ਜੀ ਜੋੜੇ ਕਿਉਂ ਉਤਾਰ ਰਹੇ ਹੋ? ਸਾਹਮਣੇ ਜੰਗ ਦਾ ਮੈਦਾਨ ਹੈ, ਅੱਗੇ ਜੰਗਲ ਹੈ, ਰਾਤ ਦਾ ਵੇਲਾ ਹੈ, ਜੰਗਲ 'ਚ ਕੰਡੇ ਹੁੰਦੇ ਨੇ, ਕੋਈ ਸੱਪ ਬਿੱਛੂ, ਤੇ ਜੋੜੇ ਪਾਓ। ਸਾਹਿਬ ਕਹਿੰਦੇ, ਗੁਰੂ ਕੇ ਸਿੰਘੋ, ਸਾਹਮਣੇ ਜੰਗ ਦਾ ਮੈਦਾਨ ਹੈ, ਉੱਥੇ ਕਈ ਸਿੰਘ ਸੂਰਮੇ ਜੋ ਨੇ, ਉਹ ਲੱਖਾਂ ਨਾਲ ਲੜਦਿਆਂ ਘੋੜਿਆਂ ਤੋਂ ਥੱਲੇ ਡਿੱਗੇ ਨੇ ਸ਼ਹੀਦ ਹੋ ਕੇ, ਤੇ ਕਈਆਂ ਦੀ ਦਸਤਾਰਾਂ ਲੈ ਗਈਆਂ ਹੋਣਗੀਆਂ, ਕੇਸ ਖਿਲਰ ਗਏ ਹੋਣਗੇ, ਜਿਨ੍ਹਾਂ ਕੇਸਾਂ ਦੇ ਵਿੱਚ ਅੰਮ੍ਰਿਤ ਦੇ ਪਵਿੱਤਰ ਛਿੱਟੇ ਮਾਰੇ ਗਏ ਨੇ। ਜੋ ਮੇਰੇ ਸਿੰਘ ਸੂਰਮੇ ਕੇਸਾ ਧਾਰੀ ਨੇ, ਕਿਤੇ ਰਾਤ ਵੇਲੇ ਮੇਰੇ ਜੋੜੇ ਉਹਨਾਂ ਦੇ ਕੇਸਾਂ 'ਚ ਜਾਂ ਦਸਤਾਰਾਂ ਉੱਤੇ ਨਾ ਪੈ ਜਾਣ, ਮੈਂ ਉਹਨਾਂ ਦੇ ਸਤਿਕਾਰ ਵਿੱਚੋਂ ਜੋੜੇ ਹੀ ਲਾ ਦਿੰਦਾ। ਤੇ ਸਾਹਿਬ ਨਾ ਥਕੇ ਹੋਏ ਸਨ, ਪਰ ਮਨ ਬੜਾ ਚੜ੍ਹਦੀ ਕਲਾ ਵਿੱਚ, ਸਰੀਰ ਥੱਕਿਆ, ਕਿਉਂਕਿ ਅੱਜ ਕਈ ਦਿਨ ਬੀਤ ਚੁੱਕੇ ਸਨ, ਆਰਾਮ ਨਹੀਂ ਸੀ ਮਿਲਿਆ ਆਨੰਦਪੁਰ ਸਾਹਿਬ ਤੋਂ ਤੁਰਦਿਆਂ। ਤੇ ਸਤਿਗੁਰੂ ਜੀ ਨੇ ਨਾ ਇੱਕ ਦੋ ਟਾਹਣੀਆਂ ਕੱਟੀਆਂ ਸ੍ਰੀ ਸਾਹਿਬ ਨਾਲ, ਤੇ ਇੱਕ ਢੀਮ ਲਿਆ, ਢੀਮ ਦਾ ਸਰਾਣਾ ਬਣਾਇਆ, ਤੇ ਭੁੰਜੇ ਲੇਟ ਕੇ ਉੱਪਰ ਟਾਹਣੀਆਂ ਲੈ ਲਈਆਂ ਕਿ ਹੁਣ ਵੀ ਜੇ ਕਿਤੇ ਜ਼ਾਲਮ ਆਵੇਗਾ ਤੇ ਸੱਜੇ ਹੱਥ 'ਚ ਕਿਰਪਾਨ ਰੱਖੀ ਹੈ ਤੇ ਆਰਾਮ ਕਰ ਲਿਆ, ਤਾਂ ਕਿ ਜਿਹੜੇ ਸਿੰਘ ਤਿੰਨ ਪਿੱਛੇ ਨਾਲ ਤੁਰੇ ਸਨ, ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ, ਉਹ ਵੀ ਪੁੱਜ ਜਾਣ। ਸਾਹਿਬ ਸੌਂ ਗਏ ਨੇ, ਥਕੇ ਸਨ, ਨਿੰਦਰ ਆ ਗਈ। ਉਹ ਸਾਡੇ ਵਰਗੇ ਥੋੜਾ ਕਿਹੋ ਜਿਹੇ ਹਾਲਾਤਾਂ ਵਿੱਚ ਚਿੰਤਾ ਫਿਕਰਾਂ 'ਚ ਮਰਨਗੇ, ਉਹ ਤੇ ਹਰ ਜਗ੍ਹਾ ਆਨੰਦ ਵਿੱਚ ਨੇ। ਤੇ ਕਹਿੰਦੇ ਉਹ ਜੋ ਤਾਰੇ ਦੀ ਸੇਧ 'ਚ ਲੱਭਦੇ ਫਿਰਦੇ ਸਨ ਸਿੰਘ, ਸਭ ਤੋਂ ਪਹਿਲਾਂ ਮਾਨ ਸਿੰਘ ਦੀ ਨਜ਼ਰ ਪਈ, ਕੋਈ ਚੀਜ਼ ਲਿਸ਼ਕ ਮਾਰ ਰਹੀ ਹੈ। ਕਹਿੰਦੇ ਕੀ? ਨੇੜੇ ਜਦ ਪੁੱਜਿਆ ਹੈ ਤੇ ਕੀ ਵੇਖਦਾ ਹੈ ਕਿ ਸਤਿਗੁਰੂ ਜੀ ਦੇ ਸ੍ਰੀ ਸਾਹਿਬ ਦੇ ਮੁੱਠ 'ਚ ਜੋ ਹੀਰਾ ਸੀ ਉਹ ਲਿਸ਼ਕ ਮਾਰ ਰਿਹਾ ਸੀ। ਤੇ ਵੇਖਿਆ ਸਾਹਿਬ ਏਦਾਂ ਸੁੱਤੇ ਪਏ ਨੇ, ਤੇ ਮਾਨ ਸਿੰਘ ਵਰਗਾ ਰਾਠ ਬੰਦਾ, ਕਠੋਰ ਦਲੇਰ, ਉਹਦੇ ਅੱਖਾਂ 'ਚ ਵੀ ਅਥਰੂ ਆ ਗਏ, ਭੁੱਬਾਂ ਨਿਕਲ ਗਈਆਂ ਕਿ ਮੇਰੇ ਸਾਹਿਬ ਨੂੰ ਇਉਂ ਸੋਣਾ ਪੈ ਰਿਹਾ। ਤੇ ਪਿੱਛੇ ਦੌੜੇ ਤੇ ਇੱਕਦਮ ਧਰਮ ਸਿੰਘ ਤੇ ਮਾਨ ਸਿੰਘ ਨੂੰ ਚਾਂਦਨੀ ਰਾਤ ਹੈ ਇਸ਼ਾਰਾ ਕੀਤਾ ਕਿ ਚੁੱਪ ਰਹਿਣਾ। ਤੇ ਪ੍ਰੀਤਮ ਜੀ ਮਿਲ ਗਏ ਨੇ, ਪਿਆਰਾ ਜੀ ਮਿਲ ਗਏ ਨੇ, ਆਏ,
ਵੇਖ ਕੇ ਹੈਰਾਨ ਹੋਏ, ਇੱਥੇ ਕਿਤੇ ਠੰਡ ਹੈ। ਭੁੱਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ। ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਦੇ ਕੰਠ ਵਿੱਚ ਗਲੇ ਨਾਲ ਮਾਲਕ ਵਾਹਿਗੁਰੂ ਮਿਲਿਆ ਹੋਇਆ ਹੈ, ਉਹਨਾਂ ਨੂੰ ਕਿੱਥੇ ਠੰਡ ਲੱਗ ਸਕਦੀ ਹੈ। ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾ। ਜੋ ਮਨ ਵਿੰਨਿਆ ਹੋਇਆ ਹੈ ਪ੍ਰੇਮ ਦੇ ਤੀਰ ਨਾਲ ਵਾਹਿਗੁਰੂ ਜੀ ਦੇ, ਜੋ ਗੁਰੂ ਕਹਿੰਦਾ ਸਾਚ ਕਹੂੰ ਸੁਨ ਲੇਹੁ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਉਹਨੂੰ ਕਿਤੇ ਠੰਡ ਲੱਗ ਸਕਦੀ ਹੈ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ। ਜਿਸ ਨੇ ਓਟ ਹੀ ਮਾਲਕ ਵਾਹਿਗੁਰੂ ਜੀ ਦੀ ਲਈ ਹੋਈ ਹੈ, ਜੋ ਹਰ ਵੇਲੇ ਮਨੁੱਖਤਾ ਇਨਸਾਨੀਅਤ ਦੀ ਸੇਵਾ ਦੇ ਵਿੱਚ ਹੈ, ਉਹ ਇਤਨਾ ਜਜ਼ਬਾ ਹੈ। ਉਹਨੂੰ ਕੋਈ ਦੇਖੋ ਕੁਝ ਚੀਜ਼ਾਂ ਨਾ ਸਿੱਖਣੀਆਂ ਚਾਹੀਦੀਆਂ ਨੇ। ਇਹ ਇੱਧਰ ਵੀਰ ਗੁਰਪ੍ਰੀਤ ਸਿੰਘ ਰੰਮੀ, ਜੋ ਆਕਸੀਜਨ ਮੈਨ ਵੀ ਜਿਹਨੂੰ ਕਿਹਾ ਜਾਂਦਾ ਹੈ, ਤੇ ਤੁਸੀਂ ਉਦੋਂ ਵੇਖਿਆ ਜਦ ਕੋਰੋਨਾ ਸੀ, ਕਿੰਨੇ ਸਿੰਘ ਸੂਰਮੇ ਸਿੱਖਾਂ ਨੇ ਪਰਵਾਹ ਨਹੀਂ ਕੀਤੀ ਜਦ ਸੇਵਾਵਾਂ ਕੀਤੀਆਂ। ਤੇ ਉਹਨਾਂ ਨੂੰ ਵੀ ਵੇਖਿਆ ਕਿ ਜੋ ਕੋਰੋਨਾ ਦੇ ਮਰੀਜ਼ ਸਨ, ਉਹਨਾਂ ਨੂੰ ਆਪ ਜਾ ਕੇ ਆਕਸੀਜਨ ਲਾ ਰਹੇ ਸਨ ਤੇ ਆਪ ਜਾ ਕੇ ਉਹਨਾਂ ਦੀ ਸੇਵਾਵਾਂ ਕਰ ਰਹੇ ਸਨ। ਇਹ ਸਿੰਘਾਂ ਦੇ ਵਿੱਚ ਜਜ਼ਬਾ ਕਿੱਥੋਂ ਆਇਆ ਹੈ? ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਤੋਂ, ਜੋ ਉਸ ਵੇਲੇ ਵੀ ਕੋਈ ਜ਼ਹਿਰ ਪੋਹ ਨਹੀਂ ਸਕਦਾ, ਵਿਖਿਆ ਪੋਹ ਨਾ ਸਕੈ ਮਿਲ ਸਾਧੂ ਗੁਣਗਾਹ। ਕੋਈ ਦੁਨਿਆਵੀ ਲੋਭ ਲਾਲਚ ਡਿਗਾ ਨਹੀਂ ਸਕਦਾ, ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹ। ਕਹਿੰਦੇ ਸੱਚੀ ਪ੍ਰੀਤ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਵਿੱਚ ਵੇਖਣ ਨੂੰ ਮਿਲੀ। ਉਹ ਸਮਾਂ ਤੁਸੀਂ ਦੇਖਣਾ, ਜਦ ਤਿੰਨੋਂ ਹੀ ਮਾਨ ਸਿੰਘ ਤੇ ਉਹ ਤਿੰਨੋਂ ਸਿੰਘ ਬੈਠ ਗਏ, ਅਚਾਨਕ ਚਾਂਦਨੀ ਰਾਤ 'ਚ ਜਦ ਨਜ਼ਰ ਪਈ ਤੇ ਸਤਿਗੁਰੂ ਜੀ ਦੇ ਚਰਨ ਨਾ ਉਹ ਕੰਡਿਆਂ ਨਾਲ ਜੋ ਵਿੰਨੇ ਗਏ ਸਨ, ਤੇ ਕਿਤੇ ਕਿਤੇ ਖੂਨ ਜਿਹੜਾ ਹੈ ਉਹ ਸਿਮ ਕੇ ਤੇ ਸੁੱਕ ਗਿਆ ਹੈ। ਤੇ ਚਾਂਦਨੀ ਰਾਤ 'ਚ ਵੇਖਿਆ ਰਿਹਾ ਨਾ ਗਿਆ, ਤੇ ਸਤਿਗੁਰੂ ਜੀ ਦੇ ਜੋ ਚਰਨ ਸਨ ਉਹਨਾਂ ਉੱਤੇ ਹੱਥ ਫੇਰਨੇ ਪਿਆਰ ਨਾਲ ਸ਼ੁਰੂ ਕੀਤੇ। ਤੇ ਸਾਹਿਬ ਜਾਗੇ ਤੇ ਵੇਖਿਆ ਤਿੰਨੇ ਸਿੰਘ, ਤੇ ਉਹ ਗਲਵੱਕੜੀ ਫੈਲਾ ਕੇ ਕਿਹਾ, ਆ ਗਏ ਨੇ ਮੇਰੇ ਪੁੱਤਰ, ਮੇਰੇ ਸਿੰਘ ਆ ਗਏ ਨੇ। ਉਹਨਾਂ ਨੇ ਇੱਕਦਮ ਹੀ ਦੌੜ ਕੇ ਜੱਫੀ ਪਾ ਲਈ ਸਭ ਨੇ। ਤੇ ਸਤਿਗੁਰੂ ਜੀ ਨੇ ਕਿਹਾ ਕਿ ਮਾਨ ਸਿੰਘ ਜਲ ਛਕਣਾ ਹੈ। ਹੁਣ ਜਲ ਉੱਥੇ ਕਿੱਥੇ, ਪਾਣੀ ਕਿੱਥੇ? ਤਿੰਨੋਂ ਸਿੰਘ ਇੱਕਦਮ ਭੱਜੇ ਇੱਧਰ ਉੱਧਰ, ਜੰਗਲ 'ਚ ਪਾਣੀ ਤਲਾਸ਼ ਕੀਤਾ, ਜਲ ਕਿੱਥੇ ਮਿਲ ਨਹੀਂ ਸੀ ਰਿਹਾ। ਅਚਾਨਕ ਦੂਰ ਨਾ ਜੰਗਲ ਤੋਂ ਨਿਕਲਣ ਵਾਲੇ ਹੀ ਸੀ ਕਿ ਸਾਹਮਣੇ ਨੇੜੇ ਹੀ ਸੀ ਤੇ ਇੱਕ ਖੇਤ ਨਜ਼ਰ ਆਇਆ, ਪੰਜਾਬਾ ਗੁਲਾਬਾ ਦਾ ਬਾਗ। ਉੱਥੇ ਪਾਣੀ ਦੀ ਹਲਟ ਸੀ, ਖੂਹ ਸੀ। ਤੇ ਕਹਿੰਦੇ ਉਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਦੇ ਚਰਨ ਜ਼ਖਮੀ ਹੋ ਚੁੱਕੇ ਸਨ। ਤੇ ਭਾਈ ਮਾਨ ਸਿੰਘ ਨੇ, ਕਿਉਂਕਿ ਭਾਂਡਾ ਨਹੀਂ ਸੀ ਤੇ ਜਲ ਲਿਆਉਣ ਕਾਹਦੇ ਵਿੱਚ, ਤੇ ਪਿੱਛੇ ਪਿੱਠ ਉੱਤੇ ਬਿਠਾਇਆ। ਪਿੱਠ ਉੱਤੇ ਬਿਠਾ ਕੇ ਸਤਿਗੁਰੂ ਜੀ ਨੂੰ ਮਾਨ ਸਿੰਘ ਉੱਥੇ ਲੈ ਕੇ ਆਏ। ਤੇ ਕੋਈ ਭਾਂਡਾ ਹੈ ਨਹੀਂ ਤੇ ਜਲ ਕਿਸ ਤਰ੍ਹਾਂ ਛਕਾਈਏ? ਤੇ ਕਿਨਾਰੇ ਮੰਡੇਰ ਤੇ ਬਿਠਾ ਕੇ ਨਾ ਖੂਹ ਦੇ ਹਰਟ ਚੱਲੀ, ਤੇ ਦੋਨਾਂ ਹੱਥਾਂ ਦੀ ਓਕ ਬਣਾ ਕੇ ਤੇ ਉਹ ਜਲ, ਉਹ ਪਾਣੀ ਜੋ ਹੈ ਸਿੰਘਾਂ ਨੇ ਸਤਿਗੁਰੂ ਨੂੰ ਛਕਾਇਆ। ਤੇ ਦਇਆ ਸਿੰਘ ਨੇ ਕਹਿ ਦਿੱਤਾ, ਸਤਿਗੁਰੂ ਅੱਜ ਤੇ ਕੋਈ ਭਾਂਡਾ, ਕੋਈ ਪਿਆਲਾ ਵੀ ਨਹੀਂ ਹੈ। ਉਦੋਂ ਸਤਿਗੁਰੂ ਨੇ ਕਿਹਾ, ਦੇਖੋ ਇਹ ਹੈ ਸੱਚੀ ਪ੍ਰੀਤ, ਜਿੱਥੇ ਕਿਹਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਝ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਤੇ ਸਾਡੇ ਵਰਗਾ ਹੁੰਦਾ ਨਾ, ਘਰ ਖੁੱਸ ਜਾਂਦਾ ਤੇ ਅਸੀਂ ਪਤਾ ਨਹੀਂ ਕਿੰਨੇ ਕਿੰਨੇ ਤਾਨੇ ਮਿਹਣੇ ਰੋਜ਼ ਮਾਰਨੇ ਸਨ ਲੋਕ, ਤੇ ਗਾਲਾਂ ਤਾਂ ਕੱਢ ਦਿੰਦੇ ਨੇ ਵਾਹਿਗੁਰੂ ਨੂੰ। ਤੇ ਗੁਰੂ ਕੀ ਕਹਿੰਦਾ ਕਿ ਤੂੰ ਮੇਰੇ ਨਾਲ ਹੈ ਨਾ ਤੇ ਮੈਨੂੰ ਸਭ ਤੋਂ ਚੰਗਾ ਹੈ, ਨਹੀਂ ਤੇ ਮਹਿਲ ਵੀ ਹੋਣ ਨਾ ਤੂੰ ਨਹੀਂ ਹੈ। ਤੇ ਇਉਂ ਜਾਣੋ ਜਿੱਦਾਂ ਨਾਗਾਂ ਸੱਪਾਂ ਨਾਲ ਬੰਦਾ ਰਹਿ ਰਿਹਾ ਹੈ। ਸੁਰਾਹੀ ਜਿਹੜੇ ਠੰਡਾ ਪਾਣੀ ਪਿਆਉਣ ਵਾਲੀ, ਉਹ ਸੂਲ ਬਣ ਕੇ ਚੁੱਭਦੀ ਹੈ, ਖੰਜਰ ਵਾਂਗ ਉਹ ਪਿਆਲਾ ਚੁੱਭੇਗਾ। ਤੇ ਅੱਜ ਚੁੱਭ ਰਹੇ ਨੇ। ਦੇਖੋ ਸ਼ਰਾਬ ਦੇ ਪਿਆਲੇ ਹੋਣ, ਕੁਝ ਹੋਰ ਚੀਜ਼ਾਂ ਹੋਣ, ਬੰਦੇ ਨੂੰ ਜ਼ਹਿਰ ਵਾਂਗੀ ਤੇ ਚੀਰ ਰਹੇ ਨੇ। ਸਰੀਰ ਰੋਗੀ ਬਣਦੇ ਜਾ ਰਹੇ ਨੇ। ਬਹੁਤ ਕੁਛ ਹੈ, ਕਿਉਂਕਿ ਸੱਚੀ ਪ੍ਰੀਤ ਨਹੀਂ ਹੈ ਨਾ। ਪਰ ਮੈਂ
ਬੇਨਤੀ ਵੀ ਕਰਨਾ ਚਾਹਾਂਗਾ, ਤੁਹਾਨੂੰ ਐਪਰੀਸ਼ੀਏਟ ਵੀ ਕਰਨਾ ਚਾਹਾਂਗਾ। ਇੱਥੇ ਕਈ ਸੰਗਤਾਂ ਬੈਠੀਆਂ ਨੇ, ਭੈਣ ਜੀ ਤੇ ਬਖਸ਼ੀ ਜੀ ਬੈਠੇ ਨੇ, ਸਾਹਮਣੇ ਕਰਤਾਰ ਸਿੰਘ, ਕਿੰਨੇ ਵੀਰ ਮੇਰੇ ਬੈਠੇ ਨੇ, ਰੋਜ਼ ਦੀਆਂ ਹਾਜ਼ਰੀਆਂ ਨੇ ਇਹਨਾਂ ਦੇ। ਤੇ ਇਹ ਅਸਥਾਨ ਇਹੋ ਜਿਹਾ, ਜਮਨਾ ਪਾਰ ਦੇ ਕਿਤਨੇ ਪਰਿਵਾਰ ਪਤੀ ਪਤਨੀ ਇਕੱਠੇ ਆਣਗੇ। ਸੀਸਗੰਜ ਸਾਹਿਬ ਕਿਤਨੇ ਭਾਗਾਂ ਵਾਲੇ ਨੇ, ਸਾਰੇ ਪਤੀ ਪਤਨੀ ਉਹ। ਤੇ ਇੱਕ ਜੋੜਾ ਨਹੀਂ, ਕਈ ਜੋੜੇ ਨੇ ਮੈਂ ਵੇਖੇ ਨੇ ਇੱਥੇ। ਤੇ ਲਗਾਤਾਰ ਇਹ 9-10 ਸਾਲਾਂ ਤੋਂ ਵੇਖ ਰਿਹਾ ਉਹਨਾਂ ਵੀਰਾਂ ਭੈਣਾਂ ਨੂੰ ਵੀ ਬੱਚਿਆਂ ਨੂੰ ਪੜ੍ਹਨ ਭੇਜਿਆ ਤੇ ਦੌੜੇ ਸਿੱਧਾ ਸੀਸਗੰਜ ਸਾਹਿਬ ਵੱਲ। ਕਹਿੰਦੇ ਇਤਨਾ ਕੁਝ ਅਸੀਂ ਪ੍ਰਾਪਤ ਕੀਤਾ, ਬੇਔਲਾਦੇ ਸੀ, ਇੱਥੋਂ ਔਲਾਦ ਮਿਲੀ ਹੈ। ਔਲਾਦ ਲਈ ਜੋ ਕੁਝ ਅੱਜ ਸਾਧਨ ਨੇ, ਇਤਨਾ ਕੁਝ ਮਿਲਿਆ, ਕਿਸ ਤਰ੍ਹਾਂ ਛੱਡ ਦਿਆਂਗੇ। ਜੇ ਕਾਰਾਂ ਗੱਡੀਆਂ ਵੀ ਹਨ ਤਾਂ ਵੀ ਉਹ ਛੇਤੀ ਆਉਣਾ, ਸਕੂਟਰ ਤੇ ਸਕੂਟੀ ਤੇ ਦੌੜਦੇ ਆਣਗੇ, ਪਰ ਹਾਜ਼ਰੀ ਜ਼ਰੂਰ ਭਰ ਕੇ ਜਾਂਦੇ ਨੇ। ਇਹ ਹੈ ਸੱਚੀ ਪ੍ਰੀਤ, ਕਰ ਗਹਿਲੀਨੀ ਪਾਰ ਬ੍ਰਹਮ ਬਹੁਰ ਨਾ ਵਿਛੜਿਆ। ਇਹੋ ਜਿਹੀ ਜੀਵ ਇਸਤਰੀਆਂ ਜਿਹੜੀਆਂ ਨੇ, ਮਨੁੱਖ ਨੇ, ਉਹਨਾਂ ਨੂੰ ਬਾਂਹ ਫੜ ਕੇ ਮਾਲਕ ਵਾਹਿਗੁਰੂ ਆਪਣੇ ਨਾਲ ਜੋੜ ਲੈਂਦਾ ਹੈ, ਉਹ ਫਿਰ ਵਿਛੜਦੇ ਨਹੀਂ। ਬਾਹਰ ਜਾਉ ਲਖ ਬੇਰੀਆ, ਹਰ ਸੱਜਣ ਅਗਮ ਅਗਾਹ। ਲੱਖਾਂ ਵਾਰੀ ਕਹਿੰਦੇ ਮੈਂ ਉਸ ਤੋਂ ਵਾਰੀ ਜਾਂਦਾ ਹਾਂ, ਜੋ ਇਹੋ ਜਿਹਾ ਮਾਲਕ ਵਾਹਿਗੁਰੂ ਸੱਜਣ ਹੈ। ਸਰਮ ਪਈ ਨਾਰਾਇਣੇ ਨਾਨਕ ਦਰ ਪਈਆ ਹੋ। ਉਹਨੂੰ ਤਰਸ ਆਇਆ ਮੇਰੇ ਉੱਤੇ ਤੇ ਉਹਨੇ ਆਪਣੇ ਨਾਲ ਜੋੜ ਲਿਆ। ਮੈਂ ਉਹਦੇ ਸਾਹਮਣੇ ਡਿੱਗ ਪਿਆ ਹਾਂ। ਨਾਨਕ ਜੀ ਇਹ ਕਹਿ ਰਹੇ ਨੇ, ਪੋਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹ। ਇਹ ਪੋਹ ਦਾ ਮਹੀਨਾ ਉਹਦੇ ਲਈ ਸਾਰੇ ਸੁੱਖ ਦੇਣ ਵਾਲਾ ਬਣ ਜਾਂਦਾ ਹੈ, ਜਿਸ ਨੂੰ ਮਾਲਕ ਵਾਹਿਗੁਰੂ ਬਖਸ਼ਿਸ਼ ਕਿਰਪਾ ਕਰ ਦਿੰਦਾ ਹੈ। ਕੱਲ ਹੀ ਮੈਂ ਇੱਕ ਭੈਣ ਨੂੰ ਤੇ ਉਹਦੀ ਬੇਟੀ ਨੂੰ ਇਹ ਗੱਲ ਕਹਿ ਰਿਹਾ ਸੀ। ਮੈਂ ਕਿਹਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਾਲਕ ਵਾਹਿਗੁਰੂ ਜੀ ਦੇ ਭਾਣੇ ਵਿੱਚ ਅਨੰਦਪੁਰ ਸਾਹਿਬ ਛੱਡਿਆ, ਤੇ ਅੱਜ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੈ ਕਿ ਔਰੰਗਜ਼ੇਬ ਦਾ ਹੈ? ਅੱਜ ਵੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੀ ਹੈ। ਅੱਜ ਵੀ ਉਹ ਅਨੰਦਪੁਰ ਸਾਹਿਬ ਹੈ, ਔਰੰਗਾਬਾਦ ਨਹੀਂ ਹੈ। ਇਸ ਕਰਕੇ ਜਿੱਥੇ ਤਿਆਗ ਕਰਨ ਦੀ ਲੋੜ ਪਿਆ ਕਰੇ ਨਾ, ਕਿਸੇ ਗਰੀਬ ਪ੍ਰਤੀ, ਗੁਰੂ ਪ੍ਰਤੀ, ਕਿਸੇ ਹੋਰ ਭਲੇ ਕੰਮ ਲਈ, ਥੋੜਾ ਬਹੁਤ ਜ਼ਰੂਰ ਹੱਥੋਂ ਕੱਢਿਆ ਕਰੋ, ਜ਼ਰੂਰ ਦਿਲ ਖੋਲ ਕੇ ਕੁਝ ਕਰਿਆ ਕਰੋ। ਉਹ ਬੀਜ ਪਾਉਂਦੇ ਹੋ, ਬਹੁਤ ਵੱਧ ਕੇ ਮਿਲਦਾ ਹੈ। ਮੈਂ ਤੁਹਾਡੇ ਜੈਕਾਰਿਆਂ ਦਾ ਬਹੁਤ ਧੰਨਵਾਦੀ ਹਾਂ। ਮੈਂ ਲਗਭਗ ਸਾਰੀ ਸੰਗਤ ਦੇ ਅੱਖਾਂ 'ਚ ਕਿਤੇ ਨਾ ਕਿਤੇ ਅਥਰੂ ਵੇਖੇ ਨੇ। ਬਸ ਇਹ ਜਜ਼ਬਾ ਕਾਇਮ ਰੱਖਿਓ। ਅਖੀਰਲੀ ਗੱਲ ਕਹਿ ਦਿਆਂ, ਗੁਰੂ ਨਾਨਕ ਦੇਵ ਸਾਹਿਬ ਜੀ ਤੁਹਾਡੇ ਤੋਂ ਕੁਰਬਾਨ ਜਾਂਦੇ ਨੇ, ਕਿਉਂਕਿ ਮੈਂ ਨਹੀਂ ਕਹਿ ਰਿਹਾ। ਸਾਹਿਬ ਕਹਿੰਦੇ ਹੈ ਕਰਕੇ ਉਹ ਕਰੇਨ, ਗੱਲਾਂ ਪਿੱਟਣ ਸਿਰ ਖੁਹੇਨ। ਕਹਿੰਦੇ ਦੁਨੀਆ ਬੜੀ ਰੋਂਦੀ ਹੈ, ਕਿਸੇ ਘਰ 'ਚ ਮੌਤ ਹੋ ਗਈ ਹੋਵੇ ਜਾਂ ਕੋਈ ਬੰਦਾ ਬਰਬਾਦ ਹੋ ਗਿਆ ਹੋਵੇ, ਤੇ ਕਹਿੰਦੇ ਮਾਤਾਵਾਂ ਭੈਣਾਂ ਹਾਏ ਹਾਏ ਕਰਦੀਆਂ ਨੇ, ਉਹ ਕਰਦੀਆਂ, ਗੱਲਾਂ ਪਿੱਟਦੀਆਂ ਨੇ, ਸਿਰ ਦੇ ਵਾਲ ਪੁੱਟ ਸੁੱਟਦੀਆਂ ਨੇ, ਦੋ ਹੱਥੜੇ ਮਾਰ ਕੇ ਜ਼ਮੀਨ ਹਿਲਾ ਦਿੰਦੀਆਂ ਨੇ। ਪਰ ਸਾਹਿਬ ਕਹਿੰਦੇ ਉਹ ਰੋਣਾ ਮੈਨੂੰ ਪ੍ਰਵਾਨ ਨਹੀਂ। ਕਾਸ਼ ਕੋਈ ਹੋਵੇ ਇਹੋ ਜਿਹਾ ਜਿਹਦੀ ਅੱਖਾਂ 'ਚ ਇੱਕ ਅਥਰੂ ਵੀ ਗੁਰੂ ਵਾਹਿਗੁਰੂ ਦੇ ਪ੍ਰੇਮ ਵਿੱਚ ਭਿੱਜ ਕੇ ਆ ਜਾਵੇ ਨਾ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ, ਨਾਉ ਲੈਣ ਅਰ ਕਰਨ ਸਮਾਏ, ਨਾਨਕ ਤਿਨ ਬਲਿਹਾਰੇ ਜਾਏ। ਮੈਂ ਉਸ ਤੋਂ ਬਲਿਹਾਰ ਜਾਂਦਾ। ਤੇ ਅੱਜ ਮਹਿਸੂਸ ਕਰਿਓ ਕਿ ਜੇ ਤੁਹਾਡੀ ਅੱਖਾਂ 'ਚੋਂ ਪ੍ਰੇਮ ਦੇ ਅਥਰੂ ਨਿਕਲੇ ਨੇ ਤੇ ਕੀ ਗੁਰੂ ਨਾਨਕ ਝੂਠ ਬੋਲ ਰਿਹਾ ਨੇ? ਗੁਰੂ ਨਾਨਕ ਦੇਵ ਸਾਹਿਬ ਜੀ ਤੁਹਾਡੇ ਤੋਂ ਬਲਿਹਾਰ ਜਾ ਰਹੇ ਨੇ। ਤੇ ਜਿਸ ਤੋਂ ਗੁਰੂ ਬਲਿਹਾਰ ਗਿਆ, ਸਮਝ ਲਓ ਉਹਦਾ ਤੇ ਜੀਵਨ ਹੀ ਸਫਲ ਹੋ ਗਿਆ। ਇਤਨਿਕ ਸੇਵਾ ਪ੍ਰਵਾਨ ਕਰਨੀ, ਬੇਅੰਤ ਹੋਈਆਂ ਭੁੱਲਾਂ ਬਖਸ਼ ਲੈਣਾ, ਦਿਓ ਅਸੀਸ ਕਥਾ ਕਰਨ ਦੀ ਜਾਚ ਆ ਜਾਵੇ। ਸਾਂਝੇ ਤੌਰ ਤੇ ਸਭ ਲਈ ਅਰਦਾਸ ਹੈ, ਤੇਗ ਬਹਾਦਰ ਸਿਮਰੈ ਹਰ ਨੌ ਨਿਧ ਆਵੈ ਧਾਏ, ਸਭ ਥਾਈ। ਚਰਨਜੀਤ ਸਿੰਘ ਵੀਰ ਜੀ ਰੋਜ਼ ਦਿਓ ਨੇ, ਮੈਂ ਕਿਹਾ ਇੱਕ ਝਾਤ ਮਾਰ ਲੈਣਾ। ਸੰਗਤ ਦੇਖੋ ਕਿਸ ਤਰ੍ਹਾਂ, ਇਹ ਹੈ ਜਜ਼ਬਾ ਸੰਗਤ ਦਾ। ਇਹ ਹੈ ਵੀ ਇੱਕ ਵੀ ਬੰਦਾ ਨਹੀਂ ਉੱਠਿਆ, ਲਗਾਤਾਰ ਇਹ ਹੌਲ ਭਰਿਆ ਰਿਹਾ ਹੈ। ਸੋ ਸਦਕੇ ਗੁਰੂ ਤੁਹਾਡੇ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ